ਜਸਵਿੰਦਰ ਸਿੰਘ ਸਾਹਿਬ, ਤੁਹਾਡਾ ਪਲੇਟਫਾਰਮ ਮੈਂ ਦੇਖ ਰਹੀ ਸਾਂ, ਦੇਖ ਰਹੇ ਹਾਂ। ਖੁੱਲ੍ਹ ਕੇ ਅਗਰ ਗੱਲ ਕੀਤੀ ਜਾਏ, ਇੱਕ ਐਂਟੀ ਪੋਪੂਲਿਸਟ ਨੈਰੇਟਿਵ ਜਦੋਂ ਦੇਖੀ ਜਾਏ, ਉਹ ਕੋਈ ਵੀ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹੋ ਜਿਹੇ ਸਮਾਜ ਵਿੱਚ ਜਿਹੋ ਜਿਹੇ ਅਸੀਂ ਇੱਧਰ ਸਰਹੱਦ ਦੇ ਇਸ ਪਾਸੇ ਵੇਖ ਲਈਏ ਜਾਂ ਉੱਧਰ ਵੇਖ ਲਈਏ, ਜਾਂ ਮੈਂ ਥੋੜ੍ਹਾ ਜਿਹਾ ਮਜ਼ੀਦ ਨੈਰੋ ਡਾਊਨ ਕਰਾਂ ਤਾਂ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵੱਲ ਦੇਖ ਲਈਏ, ਅਤੇ ਉਹਦੀ ਆਡੀਅנס ਉਸ ਤਰ੍ਹਾਂ ਨਹੀਂ ਬਣ ਪਾਉਂਦੀ ਜੇ ਜਿਹੋ ਜਿਹੀ ਅਸੀਂ ਦੇਖਦੇ ਹਾਂ ਕਿ ਤੁਸੀਂ ਪੋਪੂਲਿਸਟ ਗੱਲ ਕਰੋ, ਇੱਕ ਨਫ਼ਰਤ ਦੇ ਉੱਤੇ ਮਬਨੀ ਗੱਲ ਕਰੋ ਜਾਂ ਨਾਅਰੇਬਾਜ਼ੀਆਂ ਹੋਣ, ਉਹਦੀ ਬਣਦੀ ਹੈ। ਕਿਆ ਇਹੋ ਜਿਹੇ ਚੈਲੰਜਿਸ ਤੁਹਾਨੂੰ ਵੀ ਉੱਧਰ ਦਰਪੇਸ਼ ਨੇ? हाँ बिल्कुल। अपना असल च कारण ये हैगा कि मेरी ना कहानी थोड़ी अलग जी है। वो की है कि मैं सहाफत में बहुत छोटी उम्र च आ गया सी। 2001 च मसा 15 साल का सीगा, उदों का आ गया। हालांकि मेरी तलीम बकायदा मैं जर्नलिज्म की हुई आ, मास कम्यूनीकेशन की हुई है, डिप्लोमा लैंगुएज एंड कल्चर का भी किया होया, यूनीवर्सिटी का पढ़िया होया। पर मेरा नाम बन गया एकदम, वो भी मेन स्ट्रीम च पंजाबी के वड्डे अखबार अजीत अखबार, पंजाबी ट्रिब्यून, देश सेवक, नवा जमाना, इन्हां च मेरे आर्टिकल उदों छपन लग गए सीगे ਜਦੋਂ मैं पढ़दा ਹੁੰਦਾ ਸੀਗਾ। ਤੇ ਲੇਕਿਨ ਜਦੋਂ मैं यूनीवर्सिटी पहुंचिया, ਮੈਨੂੰ ਲੱਗਿਆ ਕਿ ਯਾਰ ਤੁਹਾਡੇ ਉਮਰ ਦੇ ਨਾਲ ਨਾਲ ਤੁਹਾਡੇ ਵਿੱਚ ਜਿਹੜਾ ਡਿਵੈਲਪਮੈਂਟ ਹੁੰਦੀ ਹੈ ਵੀ ਆਹ ਅਖਬਾਰ ਉਹ ਕੰਮ ਨਹੀਂ ਕਰਦੇ ਜਿਹੜਾ ਮੈਨੂੰ ਜਿਹੜਾ ਹੋਣਾ ਚਾਹੀਦਾ, ਮੁਤਬਾਦਲ ਜਿਹੜਾ ਸਿਆਸਤ ਨੂੰ ਕਵਰ ਕਰਨਾ ਚਾਹੀਦਾ। ਮੈਂ ਇੱਕ ਵੈਬਸਾਈਟ ਬਣਾਈ ਸੀ ਪਹਿਲਾਂ, ਤੁਸੀਂ ਸ਼ਾਇਦ YouTube ਦੇਖਿਆ, YouTube ਤੇ ਇੰਨਾ ਨਹੀਂ ਹੋਇਆ ਕੰਮ ਜਿੰਨਾ ਵੈਬਸਾਈਟ ਤੇ ਹੋਇਆ। ਵੈਬਸਾਈਟ ਨੂੰ ਬਣਾਇਆ ਤਾਂ ਉਹ ਸ਼ੁਰੂ ਕਰ ਦਿੱਤਾ ਜੀ, ਜਿਹਨੂੰ ਕਹਿੰਦੇ ਕੰਮ, ਉਹਦੇ ਤੋਂ ਬੜਾ ਰਿਸਪੌਂਸ ਮਿਲਿਆ। ਉਸੇ ਤਰ੍ਹਾਂ ਵੱਖਰੇ ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਨਾਲ ਸੰਬੰਧਿਤ ਆਰਟੀਕਲ, ਸਟੋਰੀਜ਼ ਕੱਢੀਆਂ। ਖੇਤ ਮਜ਼ਦੂਰਾਂ ਦੀ ਜਿਹੜੀ ਖੇਤ ਮਜ਼ਦੂਰ ਸਮਝ ਆਉਂਦਾ ਨਾ, ਖੇਤ ਮਜ਼ਦੂਰਾਂ ਦੇ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਲੇਬਰ ਨੇ, ਉਹਨਾਂ ਦੀ ਸੁਸਾਈਡ ਹੈ ਕਿਉਂ ਹੁੰਦੀ ਹੈ, ਉਹਦੇ 'ਤੇ ਕੀਤਾ, ਇੱਦਾਂ ਦਾ ਕੀਤਾ। ਫਿਰ ਉਹਨੂੰ ਰਿਸਪੌਂਸ ਵਧੀਆ ਮਿਲਣ ਲੱਗ ਗਿਆ। ਫਿਰ ਹੌਲੀ ਹੌਲੀ ਸੋਚਿਆ ਕਿ 15 'ਚ ਆ ਕੇ ਵੀ ਕੁਝ ਖਾਸ ਬੰਦਿਆਂ ਨਾਲ ਇੰਟਰਵਿਊ ਕਰ ਲਿਆ ਕਰੀਏ ਜਿਹੜੇ ਹਟ ਕੇ ਆ। ਸੀਮਾ ਆਜ਼ਾਦ, ਉਮਰ ਖਾਲਿਦ ਨਾਲ ਕੀਤੀ ਹੋਈ ਆ ਮੈਂ, ਅੱਜ ਕੱਲ੍ਹ ਜਿਹੜਾ ਉਹ ਸਰਕਾਰ ਨੇ ਜੇਲ੍ਹ ਸੁੱਟਿਆ ਹੋਇਆ, ਅਤੇ ਇਸ ਤਰ੍ਹਾਂ ਦੇ ਲੋਕਾਂ ਨਾਲ ਕੀਤੀ ਹੈ। ਫਿਰ ਉਹ ਥੋੜ੍ਹਾ ਜਿਹਾ ਉਹਨੂੰ ਜਿੰਨਾ ਖੈ ਮਿਲ ਗਿਆ। ਪਰ ਹੁਣ ਚੈਲੰਜ ਇਹ ਹੈ ਕਿ ਮੈਂ ਵੱਡੇ ਬਾਬੇ ਦੀ ਸਹੁੰ ਖਾਧੀ ਆ ਕਿ ਸਰਕਾਰ ਤੋਂ ਇਸ਼ਤਿਹਾਰ ਨਹੀਂ ਲੈਣਾ, ਉਹ ਲੋਕਾਂ ਦੀ ਸੈਟ ਨਾਲ ਚੱਲੇਗਾ। ਉਹਦੇ ਵਿੱਚ ਉਹ ਦਿੱਕਤਾਂ ਆਉਂਦੀਆਂ ਹੈਗੀਆਂ ਨੇ। ਤੁਸੀਂ ਦੇਖੋ ਨਾ, ਮੈਨੂੰ ਸਪੇਸ ਤਾਂ ਮਿਲੀ ਹੈ ਜੇ ਮੇਰਾ ਮਾੜਾ ਮੋਟਾ ਨਵਾਂ, ਜੇ ਤਾਂ ਇਕੱਲਾ ਮੈਂ ਉਹਦੇ 'ਤੇ ਮੇਰਾ ਦਾਰਮਦਾਰ ਹੁੰਦਾ ਤਾਂ ਸ਼ਾਇਦ ਨਾ ਹੁੰਦਾ, ਕਿਉਂਕਿ ਉਹਦੀ ਆਡੀਅੰਸ ਆਪਣੀ ਲਿਮਿਟਡ ਹੁੰਦੀ ਹੈ। ਲੇਕਿਨ ਇੱਕ ਅਸੀਂ ਭਲਾ ਕੰਮ ਕਰਦੇ ਹੁੰਦੇ ਹਾਂ। ਮੈਨੂੰ ਤਾਂ ਹੋਗਾ ਕਿ ਮੇਨ ਸਟਰੀਮ ਵੀ ਮੈਨੂੰ ਹਾਲੇ ਲੈ ਲੈਂਦਾ, ਮੇਨ ਸਟਰੀਮ ਨਾ ਕਹੀਏ, ਜਿਹੜਾ ਕਿ ਥੋੜ੍ਹਾ ਜਿਹਾ ਹਿੱਸਾ ਵਾ ਨਾ ਲੈਗਸੀ ਮੀਡੀਆ, ਜਿਹਦੀ ਰੀੜ੍ਹ ਦੀ ਹੱਡੀ ਹਾਲੇ ਹੈਗੀ ਆ, ਉਹਦੀ ਰੀਚ ਦੂਰ ਤੱਕ ਆ ਉਹ। ਅਤੇ ਜਿਹੜਾ ਜੇ ਆਹ ਮੀਡੀਆ ਨਾ ਆਪਣੇ ਵਾਲਾ, ਜੀ ਤੁਸੀਂ ਵੀ ਕੰਮ ਕਰਦੇ ਹੋ, ਜਿਹਦੇ ਲਈ ਮੈਂ ਵੀ ਕਰਦਾ, ਉਹਦੀ ਦਿੱਕਤ ਇਹ ਹੁੰਦੀ ਹੈ ਕਿ ਤੁਸੀਂ ਆਡੀਅੰਸ ਤਾਂ ਭਾਵੇਂ ਥੋੜ੍ਹੀ ਬਣਾਉਣੇ ਆ, ਪਰ ਇੱਕ ਗੱਲ ਦੀ ਗਰੰਟੀ ਹੈ, ਉਹ ਭੀੜ ਨਹੀਂ ਹੁੰਦੀ। ਤੁਸੀਂ ਇੱਕ ਆਵਾਜ਼ ਮਾਰੋਗੇ ਨਾ ਵੀ ਲਓ ਭਾਈ, ਹੁਣ ਅਸੀਂ ਆਪਣੀਆਂ ਜਿਹੜੀਆਂ ਸਟੋਰੀਜ਼ ਆ ਨਾ, ਇਹਨੂੰ ਪੇਡ ਕਰਨ ਲੱਗੇ ਹਾਂ, ਕਰਨੀਆਂ ਵੀ ਚਾਹੀਦੀਆਂ ਨੇ, ਕਿਉਂਕਿ ਫ੍ਰੀ 'ਚ ਕਿਉਂ, ਕਿਉਂਕਿ ਜੇ ਆਲਟਰਨੇਟ ਮੀਡੀਆ ਖੜਾ ਕਰਨਾ ਤਾਂ ਪੱਕੀ ਗੱਲ ਆ, ਜੇ ਤੁਹਾਡੇ ਕੋਲ 5000 ਸਬਸਕ੍ਰਾਈਬਰ ਆ ਤਾਂ ਘੱਟੋ ਘੱਟ ਤੁਹਾਨੂੰ 1000 ਹੱਥ ਖੜੇ ਹੋਣਗੇ, 1000 ਹੱਥ, ਕਿ ਹਾਂਜੀ ਅਸੀਂ ਤੁਹਾਡੇ ਨਾਲ ਖੜੇ ਹਾਂ। ਇਹ ਤੁਸੀਂ ਇੱਕ ਨਵੀਂ ਆਡੀਅੰਸ ਪੈਦਾ ਕਰ ਰਹੇ ਹੁੰਦੇ ਹੋ, ਕਿਉਂਕਿ ਉਹਦਾ ਮੁਕਾਬਲਾ ਨਾ ਆਏ ਨਹੀਂ ਹੋ ਸਕਦਾ ਵੀ ਦੇਖੋ ਵੀ ਸਾਡੇ ਵੀ 10 ਲੱਖ ਹੋ ਜਾਣ ਫਲਾਣਾ, ਨਹੀਂ। ਤੁਹਾਨੂੰ ਭੀੜਾਂ ਨਹੀਂ ਚਾਹੀਦੀਆਂ, ਤੁਹਾਨੂੰ ਸਿਆਣੇ ਨਾਗਰਿਕ ਚਾਹੀਦੀ ਆ। ਤੁਸੀਂ ਉੱਥੇ ਇੱਕ ਸਿਟੀਜ਼ਨ ਬਣਾਉਣ ਦਾ ਕੰਮ ਕਰ ਰਹੇ ਹੁੰਦੇ ਹੋ, ਅਤੇ ਮੇਰੇ ਖਿਆਲ ਇਹੀ ਇੱਕ ਵੱਡਾ ਕੰਮ ਹੈ, ਪੁੰਨ ਦਾ ਕੰਮ ਜਿਹਨੂੰ ਕਹਿੰਦੇ ਆ। ਅਗਰ ਅਸੀਂ ਕੰਪੇਅਰ ਕਰੀਏ ਨਾ ਇੱਧਰ ਦੀ ਸਾਈਡ ਨੂੰ ਅਤੇ ਉੱਧਰ ਦੇ ਪਾਸੇ ਨੂੰ, ਅਤੇ ਮੈਨੂੰ ਕੋਈ ਸਮਝ ਆਉਂਦੀ ਹੈ ਕਿ ਕੋਈ ਸਾਂਝ ਬਣ ਸਕੂਗੀ। ਇੱਕ ਪੋਲਰਾਈਜੇਸ਼ਨ ਜੀ ਹੈ ਨਾ ਦੋਨਾਂ ਪਾਸੇ, ਉਹ ਕਾਸਟਿਜ਼ਮ ਨੂੰ ਲੈ ਕੇ ਹੈ, ਉਹ ਐਥਨੀਸਿਟੀਜ਼ ਨੂੰ ਲੈ ਕੇ ਹੈ, ਉਹ ਜੈਂਡਰ ਦੇ ਹਵਾਲੇ ਦੇ ਨਾਲ ਹੈ, ਪਰਸਨਲ ਚੋਇਸਿਸ ਦੇ ਹਵਾਲੇ ਦੇ ਨਾਲ ਹੈ। ਇਹ ਸਾਰੇ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਕੋਈ ਸਾਂਝ ਬਣੀ ਲੱਗਦੀ ਹੈ, ਬਣਦੀ ਲੱਗਦੀ ਹੈ ਦੋਵਾਂ ਪਾਸੇ? ਹਮੇਸ਼ਾ ਨਾ ਸਾਂਝ ਦੀਆਂ ਨਾ ਕਈ ਡੈਫੀਨੇਸ਼ਨਸ ਹੁੰਦੀਆਂ ਨੇ। ਇੱਕ ਤਾਂ ਹੈ ਵੀ ਕਿ ਭਾਰਤ ਅਤੇ ਪਾਕਿਸਤਾਨ ਸਾਂਝ ਦੀ ਗੱਲ ਕਰਦੇ ਹੋ, ਦੋਵੇਂ ਪੰਜਾਬਾਂ ਦੀ ਗੱਲ ਕਰਦੇ ਹੋ। ਭਾਰਤ ਪਾਕਿਸਤਾਨ ਵਾਲੇ ਮਾਮਲੇ ਥੋੜ੍ਹਾ ਜਿਹਾ ਹੋਰ ਕੰਮ ਆ, ਦੋਵਾਂ ਮੁਲਕਾਂ ਦੇ ਜਿਹੜੇ ਹੈਗੇ ਸਰਕਾਰਾਂ ਨੇ ਜਿਹੜਾ ਰਵੱਈਆ ਲਿਆ ਹੋਇਆ ਹੈਗਾ, ਮੈਂ ਨਾ ਮਾਨੂ ਵਾਲਾ ਹੈਗਾ ਵੀ ਉਹ ਜਦੋਂ ਵੀ ਕੋਈ ਮਾੜੀ ਮੋਟੀ ਗੱਲਬਾਤ ਹੋਣ ਲੱਗਦੀ ਹੈ, ਕਸ਼ਮੀਰ ਆ ਜਾਂਦਾ ਅੱਗੇ, ਕਦੇ ਕੁਛ ਆ ਜਾਂਦਾ, ਠੀਕ ਹੈ। ਉੱਧਰੋਂ ਅਮਰੀਕਾ ਕਹਿੰਦਾ ਲੈ ਭਾਈ ਹਥਿਆਰ ਲੈਣੇ ਬੜੇ ਸੋਹਣੇ ਨੇ, ਉਹ ਦੋਵੇਂ ਪਾਸੇ ਕੰਨ 'ਚ ਫੂਕ ਮਾਰ ਦਿੰਦਾ। ਇਹ ਸਾਡੇ ਵਾਲੇ ਫਿਰ ਸਾਡੇ ਵਾਲਿਆਂ ਦਾ ਵੀ ਕੁਛ ਹੈਗਾ ਵਾ, ਉਹਨਾਂ ਨੂੰ ਵੀ ਅਮਰੀਕਾ ਸੋਹਣਾ ਲੱਗਦਾ, ਕੈਨੇਡਾ ਨੂੰ ਅੱਖਾਂ ਦਿਖਾ ਸਕਦੇ ਨੇ, ਪਰ ਅਮਰੀਕਾ ਜੇ ਘੂਰੀ ਵੱਟੇ ਅਤੇ ਸਾਡੇ ਵਾਲਾ ਭੱਜ ਕੇ ਜਾਂਦਾ, ਤੁਹਾਡੇ ਵਾਲੇ ਵੀ ਜਾਂਦੇ ਹੋਣਗੇ। ਅਤੇ ਇਸ ਕਰਕੇ ਇੱਕ ਤਾਂ ਇਹ ਚੀਜ਼ ਹੋ ਗਈ। ਦੂਜਾ ਜਿਹੜਾ ਸਾਂਝ ਹੈਗੀ ਆ ਜੀ, ਉਹ ਹੈਗੀ ਆ ਦੋਵਾਂ ਪੰਜਾਬਾਂ ਵਾਲੇ ਦੇ। ਦੋਵਾਂ ਪੰਜਾਬਾਂ ਦਾ
ਤੁਹਾਡੀ ਬੋਲੀ ਨਾਲ ਸਾਂਝ ਹੈਗੀ ਆ, ਸੱਭਿਆਚਾਰ ਨਾਲ ਸਾਂਝ ਹੈਗੀ ਆ, ਪਰ ਹੁੰਦਾ ਕੀ ਹੈ ਕਿ ਇੱਕ ਤਾਂ ਹੁਣ ਵੀਜ਼ਾ ਘੱਟ ਹੈ ਤੁਹਾਡੇ ਵਾਲੇ, ਸਾਡੇ ਵਾਲੀ ਸਰਕਾਰ ਤਾਂ ਦਿੰਦੀ ਨਹੀਂ ਤੁਹਾਨੂੰ ਅੱਜ ਕੱਲ੍ਹ, ਅਤੇ ਜਿਹੜੇ ਤੁਹਾਡੇ ਵਾਲੇ ਪਾਸੇ ਮਿਲਦਾ ਹਾਲੇ ਉਹ ਕਈ ਤਾਂ ਮੈਨੂੰ ਐਂ ਲੱਗਦਾ ਹੁੰਦਾ ਜਿਵੇਂ ਸਰਕਾਰਾਂ ਨੇ ਨਾ ਖੇਡ ਖੇਡੀ ਹੋਈ ਆ ਵੀ ਪਹਿਲਾਂ ਤੂੰ ਨਾ ਦਿਆ ਕਰੀ ਫਿਰ ਮੈਂ ਨਹੀਂ ਦਿਆ ਕਰਦਾ, ਕਿਉਂਕਿ ਇੱਕ ਸਮੇਂ ਮਨਮੋਹਨ ਸਿੰਘ ਵੇਲੇ ਸਾਡੀ ਸਰਕਾਰ ਵੱਲੋਂ ਵੀਜ਼ੇ ਮਿਲਦੇ ਹੁੰਦੇ ਸੀ, ਉਹ ਤੁਹਾਡੇ ਵਾਲੇ ਪਾਸੇ ਇੱਦਾਂ ਦਾ ਕੰਮ ਹੁੰਦਾ ਸੀਗਾ। ਅਤੇ ਹੁਣ ਕੀ ਆ ਕਿ ਹੁਣ ਮਾਸ਼ਾਅੱਲਾ ਤੁਹਾਡੇ ਵਾਲੇ ਪਾਸੇ ਮਿਲਦਾ, ਮੈਂ ਕਹਿੰਦਾ ਮਿਲਦਾ ਰਹੇ, ਅਤੇ ਪਰ ਸਾਡੇ ਵਾਲੀ ਸਰਕਾਰ ਨੂੰ ਵੀ ਚਾਹੀਦਾ ਕਿ ਤੁਹਾਨੂੰ ਵੀਜ਼ਾ ਦੇਵੇ। ਦੂਜੀ ਗੱਲ ਇੱਕ ਹੋਰ ਹੈ, ਉਹ ਕੀ ਹੈ ਕਿ ਜਦੋਂ ਵੀਜ਼ਾ ਮਿਲਦਾ ਲੇਖਕ ਆਉਂਦੇ ਨੇ, ਸਾਡੇ ਵਰਗੇ ਬੰਦੇ ਆਉਂਦੇ ਨੇ ਕੁਝ ਸਤਾਫੀ ਕਿਸਮ ਦੇ, ਇਹ ਬਹੁਤਾ ਕੀ ਹੁੰਦਾ ਨਾ ਭੰਗੜੇ ਪਾ ਲਓ, ਛੰਗੜੇ ਪਾ ਲਓ, ਖਾ ਪੀ ਲਓ। ਮੈਨੂੰ ਸਾਂਝ ਇੱਥੇ ਤੱਕ ਨਹੀਂ ਹੋਣੀ ਚਾਹੀਦੀ। ਪਾਕਿਸਤਾਨ ਆ ਕੇ, ਪਾਕਿਸਤਾਨ ਲਹਿੰਦੇ ਪੰਜਾਬ ਆ ਕੇ ਤੁਹਾਡੇ ਮਸਲੇ ਕੀ ਨੇ ਤੁਹਾਡੇ ਮੁਲਕ ਦੇ, ਤੁਹਾਡੇ ਕਲਚਰ ਦਾ ਸੰਕਟ ਕੀ ਆ, ਜ਼ੁਬਾਨ ਦਾ ਸੰਕਟ ਕੀ ਆ, ਪਾਕਿਸਤਾਨ 'ਚ ਆਟਾ ਕਿੰਨੇ ਰੁਪਏ ਨੂੰ ਵਿਕ ਰਿਹਾ ਹੈਗਾ, ਇਹ ਤਮਾਮ ਮਸਲਿਆਂ ਬਾਰੇ ਜਾਣੋ। ਜੇ ਗਵਾਂਢੀ ਦੇ ਹਮਸਾਏ ਬਣਨਾ ਗੱਲਾਂ ਬਾਤਾਂ ਨਾਲ ਤਾਂ ਨਹੀਂ ਕੋਈ ਭਰਾ ਹੁੰਦਾ। ਇਹ ਦੇਖੋ ਉਹ ਨਹੀਂ ਹੈਗਾ ਇਹਨਾਂ ਨੂੰ, ਇਹ ਤਾਂ ਆ ਕੇ ਕਹਿ ਦਿੰਦੇ ਨੇ ਸਾਡੇ ਵਾਲੇ ਤਾਂ ਵੀ ਜੀ ਹਮ ਤਾਂ ਪੋਲੀਟੀਕਲ ਬਾਤ ਨਹੀਂ ਕਰੇਂਗੇ, ਪੋਲੀਟੀਕਲ ਕਰਦੇ ਡਰ ਲੱਗਦਾ ਸਾਨੂੰ, ਕਿਉਂਕਿ ਉਹਨਾਂ ਦੀ ਇੱਧਰਲੀ ਇਸਟੈਬਲਿਸ਼ਮੈਂਟ ਨਾਲ ਵੀ ਉਹਨਾਂ ਨੇ ਰੱਖਣੀ ਹੈ, ਉੱਧਰਲੀ ਨਾਲ ਵੀ ਰੱਖਣੀ ਹੈ, ਅੱਧੀ ਤੇਰੀ ਮੈਂ ਮੁਲਾਜ਼ੇਦਾਰ, ਅੱਧੀ ਮੈਂ ਗਰੀਬ ਜੱਟ ਦੀ। ਸੋ ਹੁਣ ਮਸਲਾ ਕੀ ਹੈ ਕਿ ਨੌਨ ਪੋਲੀਟੀਕਲ ਕੁਛ ਨਹੀਂ ਹੁੰਦਾ, ਜਿਹੜਾ ਇੱਕ ਤਾਂ ਪੋਲੀਟੀਕਲ ਸ਼ਬਦ ਨੂੰ ਇੰਨਾ ਗਾਲ ਬਣਾਤਾ ਹੈ। ਪੋਲੀਟੀਕਲ ਸਿਆਸੀ ਕੁਛ ਨਹੀਂ ਹੁੰਦਾ, ਸਿਆਸੀ ਸਭ ਕੁਛ ਹੁੰਦਾ ਵੀ ਇਹ ਸਿਆਸੀ ਆ। ਸਿਆਸਤ ਕੋਈ ਪਿੱਟਿਆ ਹੋਇਆ ਸ਼ਬਦ ਨਹੀਂ, ਅਛੂਤ ਸ਼ਬਦ ਨਹੀਂ ਹੈ। ਸਿਆਸਤ ਬਹੁਤ ਮੁਕੱਦਸ ਸ਼ਬਦ ਹੈ, ਹਰ ਚੀਜ਼ 'ਚ ਸਿਆਸਤ ਹੈ। ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ, ਮੇਰੀ ਸਿਆਸਤ ਹੈ। ਉਹ ਕਾਹਦੀ ਸਿਆਸਤ ਹੈ ਕਿ ਮੈਂ ਇੱਕ ਖੂਬਸੂਰਤ ਪੰਜਾਬ ਦੇਖਣਾ ਚਾਹੁੰਦਾ, ਖੂਬਸੂਰਤ ਹਿੰਦੁਸਤਾਨ ਪਾਕਿਸਤਾਨ ਦੇ ਰਿਲੇਸ਼ਨ ਦੇਖਣਾ ਚਾਹੁੰਦਾ। ਮੈਂ ਕਹਿੰਦਾ ਵੀ ਇਹਦੇ ਵਿੱਚ ਰਿਲੇਸ਼ਨ ਹੀ ਨਾ ਹੋਣ, ਇੱਥੇ ਦੀ ਆਵਾਮ ਦੀ ਸੋਹਣੀ ਸੋਚ ਵੀ ਹੋਵੇ। ਆਹ ਸਿਆਸਤ ਕਰਕੇ ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ, ਇਹ ਮੇਰੀ ਸਿਆਸਤ ਹੈ। ਅਤੇ ਕੋਈ ਵੀ ਚੀਜ਼ ਦੁਨੀਆ ਦੀ ਸਿਆਸਤ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਅਤੇ ਤੁਸੀਂ ਸਿਆਸਤ ਨੂੰ ਆਏ ਬਣਾਤਾ ਵੀ ਅਸੀਂ ਡਰਦੇ ਹਾਂ। ਸਗੋਂ ਇੱਕ ਅਦੀਬ ਕੋਲ ਤਾਂ ਸਿਆਸਤ ਸਭ ਤੋਂ ਵੱਡਾ ਟੂਲ ਹੁੰਦਾ। ਜਿਹੜੇ ਕਹਿੰਦੇ ਵੀ ਅਸੀਂ ਤਾਂ ਜੀ ਸਿਆਸਤਦਾਨ ਹੈ ਨਹੀਂ, ਇਹ ਉਹੀ ਉਹ ਬੰਦੇ ਨੇ ਜਿਹੜੇ ਇੱਥੇ ਆ ਕੇ ਤੁਹਾਨੂੰ ਭੰਗੜਾ ਵੀ ਪਾ ਲੈਂਦੇ ਨੇ ਬਹੁਤੇ ਅਦੀਬ। ਉੱਥੇ ਜਾ ਕੇ ਮੋਦੀ ਜੀ ਜੇ ਮੰਦਿਰ ਦਾ ਉਦਘਾਟਨ ਕਰਦੇ ਨੇ ਤਾਂ ਵੀ ਕਹਿੰਦੇ ਨੇ ਆਪਕੋ ਵਧਾਈ ਹੋ ਰਾਮ ਮੰਦਿਰ ਕੀ। ਸੋ ਮੈਨੂੰ ਲੱਗਦਾ ਕਿ ਇਹ ਦੋਗਲੇਪਣ 'ਚੋਂ ਨਿਕਲਣ ਦੀ ਲੋੜ ਹੈ। ਇੱਦਾਂ ਹੀ ਤੁਹਾਡੇ ਵਾਲੇ ਵੀ ਹੋਣਗੇ ਵੀ ਜੋ ਕਦੇ ਆਪਣੀ ਹਕੂਮਤਾਂ ਨੂੰ ਸਵਾਲ ਨਹੀਂ ਕਰਦੇ ਹੋਣਗੇ, ਠੀਕ ਹੈ ਵੀ। ਇਸ ਕਰਕੇ ਮੈਨੂੰ ਲੱਗਦਾ ਇੱਕ ਤਾਂ ਸਾਂਝ ਹੈਗੀ ਆ ਕਿ ਤੁਹਾਡਾ ਦੁੱਖ ਕੀ ਆ, ਮੇਰਾ ਦੁੱਖ ਕੀ ਆ, ਉਹਨੂੰ ਮੈਂ ਜਾਣਾ, ਤੇਰੀ ਸਮੱਸਿਆ ਕੀ ਹੈ, ਫਿਰ ਉਹ ਸਾਂਝਾ ਨੇ। ਫਿਰ ਸਾਡੀਆਂ ਪ੍ਰੋਬਲਮ ਵੀ ਨੇ, ਕੱਟੜਤਾ, ਧਾਰਮਿਕ ਕੱਟੜਤਾ ਦੋਵੇਂ ਪਾਸੇ ਆ। ਫਿਰ ਜਾਤ ਦੇ ਮਸਲੇ, ਜਾਤ ਦਾ ਗਮਾਨ। ਅੱਛਾ, ਫਿਰ ਔਰਤਾਂ ਵਾਲੇ ਮਾਮਲੇ ਦੇ ਵਿੱਚ ਜਿਹੜੀ ਪੈਟਰੀਆਰਕੀ ਹੈ, ਪਿੱਤਰ ਸੱਤਾ ਜਿਹਨੂੰ ਆਪਾਂ ਕਹਿੰਦੇ ਆ, ਮਰਦ ਦੀ ਦਾਅਵੇਦਾਰੀ ਹੈ। ਅੱਛਾ, ਉਹ ਜਿਹੜੇ ਘਟੀਏ ਜਿਹੇ ਗਾਣੇ ਆ ਵੀ ਜੱਟ ਐਂ ਕਰਦਾ ਫਲਾਨਾ ਕਰਦਾ, ਤੁਹਾਡੇ ਵਾਲੇ ਪਾਸੇ ਵੀ ਹੈ, ਸਾਡੇ ਵਾਲੇ ਪਾਸੇ ਵੀ ਹੈ। ਜਿਹੜੀ ਕੌਮ ਨਾ ਆਪਣਾ ਮੌਜੂਦਾ ਸਮੱਸਿਆਵਾਂ ਨੂੰ ਲੱਭਣਾ ਨਹੀਂ ਜਾਣਦੀ, ਉਹ ਆਪਣੇ ਅਤੀਤ ਤੋਂ ਊਰਜਾ ਲੈਂਦੀ ਆ। ਉਹਨੂੰ ਇੱਕ ਸੌਖਾ ਜਿਹਾ ਦੱਸ ਦੇਣਾ, ਤੁਹਾਡੇ ਵਾਲੇ ਪਾਸੇ ਵੀ ਮੂਸੇ ਵਾਲਾ ਵਧੀਆ ਲੱਗਦਾ, ਸਾਡੇ ਵਾਲੇ ਪਾਸੇ ਵੀ ਬੜਾ ਘੰਟਾ ਬੜਾ ਉਹ ਹਾਂ। ਉਹ ਕਿਉਂ ਲੱਗਦਾ ਉਹਦਾ ਕਾਰਨ ਹੈ। ਉਹ 'ਚ ਕੀ ਹੈ, ਨਿਰੀ ਪਿੱਤਰ ਸੱਤਾ ਵਾ, ਨਿਰੀ ਜਿਹੜਾ ਫਿਊਡਲ ਵੈਲਿਊ ਦਾ ਜਸ਼ਨ ਹੈ, ਉਹਦਾ ਕਾਰਨ ਹੈ। ਤੁਹਾਡੇ ਪਾਸੇ ਆ ਵੈਪਨ ਵੀ ਉਹੀ ਹੈ। ਉਹਦਾ ਕਾਰਨ ਇਹ ਹੈ ਭਾਈ, ਜਦੋਂ ਕੋਈ ਇੱਕ ਪੰਜਾਬੀ ਹੈ ਜਿਹੜਾ ਕਹਿੰਦਾ ਮੈਂ ਜੱਟ ਹਾਂ ਜ਼ਮੀਨਾਂ ਵਾਲਾ, ਜਦੋਂ ਬਾਹਰ ਜਾਂਦਾ ਅਮਰੀਕਾ, ਉਹਦੇ ਜਾ ਕੇ ਭਾਂਡੇ ਮਾਂਜਣੇ ਪੈਂਦੇ ਆ ਨਾ, ਫਿਰ ਯਾਦ ਆਉਂਦਾ ਜੱਟ ਦਾ ਪੁੱਤ ਭਾਂਡੇ ਮਾਂਜਦਾ। ਫਿਰ ਪੁਰਾਣੇ ਦਾ ਅਤੀਤ ਦਾ ਜਸ਼ਨ ਯਾਦ ਆਉਂਦਾ ਵੀ ਅਸੀਂ ਘੋੜੀਆਂ ਵਾਲੇ ਸੀ, ਅਸੀਂ ਫਲਾਨੇ ਸੀ। ਇਹਦਾ ਮਤਲਬ ਕਿ ਜਦੋਂ ਤੁਹਾਡੀ ਉਹ ਜਾਤ ਦਾ ਦਾਬਾ ਟੁੱਟਦਾ, ਫਿਰ ਤੁਸੀਂ ਅਤੀਤ ਤੋਂ ਊਰਜਾ ਲੈਂਦੇ ਹੋ। ਅਤੀਤ ਨੂੰ ਯਾਦ ਕਰਨਾ ਮਾੜਾ ਨਹੀਂ, ਚਿੰਬੜਨਾ ਮਾੜੀ ਗੱਲ ਹੈ। ਉਹ ਜਿਹੜੀਆਂ ਕੌਮਾਂ ਕੁਛ ਨਵਾਂ ਸੋਚਣਾ ਛੱਡ ਦੇਣ, ਉਹ ਅਤੀਤ ਤੋਂ ਊਰਜਾ ਲੈਂਦੀਆਂ ਨੇ। ਸਰਕਾਰਾਂ ਚਾਹੁੰਦੀਆਂ ਵੀ ਨੇ ਅਤੀਤ ਚਿੰਬੜਿਆ ਰਹੇ। ਉਸੇ ਅਤੀਤ ਨੂੰ ਹੀ ਕੈਸ਼ ਕਰਦੀ, ਜਿਹੜੀ ਮੰਡੀ ਹੈ, ਸੰਗੀਤ ਦੀ ਮੰਡੀ ਹੈ, ਗਾਇਕੀ ਦੀ ਮੰਡੀ ਆ, ਉਹਦੇ ਵਿੱਚ ਅਤੀਤ ਦਾ ਰੋਣਾ ਵੀ ਵਿਕਦਾ, ਉਹਦੇ ਵਿੱਚ ਆਹ ਲੁੱਚੇ ਜਿਹੇ ਗਾਣੇ ਵੀ ਵਿਕਦੇ ਨੇ, ਉਹਦੇ ਵਿੱਚ ਬਹੁਤ ਕੁਝ ਵਿਕਦਾ। ਇਸੇ ਕਰਕੇ ਜਦੋਂ ਇੱਕ ਗਾਇਕ ਆ, ਅੱਜ ਦਿਲਜੀਤ ਨੂੰ ਬੜਾ ਯਾਦ ਕਰਦਾ, ਜਦੋਂ ਦਿਲਜੀਤ ਨੂੰ ਪਤਾ ਨਹੀਂ ਤੁਸੀਂ ਮਾੜਾ ਕਹਿਣਾ, ਜਦੋਂ ਦਿਲਜੀਤ ਕਹਿੰਦਾ ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ, ਤਾਂ ਕਹਿੰਦੇ ਤਾਂ ਸੱਭਿਆਚਾਰ ਨੂੰ ਖਰਾਬ ਕਰਦਾ। ਪਰ ਜਦੋਂ ਉਹੀ ਗਾਉਂਦਾ ਆਰ ਨਾਨਕ ਪਾਰ ਨਾਨਕ, ਕਹਿੰਦੇ ਤਾਂ ਸੱਭਿਆਚਾਰਕ ਗਾਇਕ ਬਣ ਗਿਆ। ਅੱਛਾ, ਜਦੋਂ ਕੋਈ ਥੋੜ੍ਹਾ ਜਿਹਾ ਸਟੈਂਡ ਲੈਂਦਾ, ਕਹਿੰਦੇ ਘੈਂਟ ਪੰਜਾਬੀ ਆ। ਜਦੋਂ ਮੋਦੀ ਨੂੰ ਜਾ ਕੇ ਮੱਥਾ ਟੇਕੇ ਆਉਂਦਾ, ਫਿਰ ਕਹਿੰਦੇ ਹਾਏ ਹਾਏ ਕੀ ਹੋ ਗਿਆ। ਅਸਲ 'ਚ ਸਮਝਣ ਦੀ ਗੱਲ ਆ ਕਿ ਜਿਹੜੀ ਮੰਡੀ ਆ ਨਾ, ਗਾਇਕ ਨੇ ਹਰ ਕੁਛ ਕਰਨਾ ਹੁੰਦਾ। ਕਿਸਾਨ ਅੰਦੋਲਨ ਚੱਲਿਆ, ਕਿੰਨੇ ਗਾਇਕਾਂ ਨੇ ਕਿਸਾਨੀ ਅੰਦੋਲਨ ਦੇ ਹੱਕ 'ਚ ਗੀਤ ਗਾਏ, ਕਹਿੰਦੇ ਬੜਾ ਵਧੀਆ ਹੋ ਗਿਆ।
ਹਾਂ ਉਹਨੇ ਵੀ ਸਟੈਂਡ ਲਿਆ, ਪਰ ਉੱਥੇ ਉਹ ਆਪਣੀ ਮਾਰਕੀਟ ਬਣਾ ਰਹੇ ਸੀਗੇ। ਉਹ ਤੋਂ ਬਾਅਦ ਫਿਰ ਉਸੇ ਤਰ੍ਹਾਂ ਦਾ ਗਾਉਣ ਲੱਗੇ, ਕਿਉਂਕਿ ਸਮਾਜ ਜਦੋਂ ਸਫ਼ਰ ਕਰਦਾ ਉਹਦੇ ਵਿੱਚ ਆ ਪੈਟਰੀਆਰਕੀ ਵਗੈਰਾ ਤਾਂ ਹੁੰਦੀ, ਉਹਦੇ ਲਈ ਇੱਕ ਲੰਮੀ ਜੱਦੋਜਹਿਦ ਲੜਨੀ ਪੈਂਦੀ ਹੈ ਸਮਾਜ ਨੂੰ। ਜੇ ਉਹ ਕੱਟੜ ਨਹੀਂ ਵੀ ਨਾ, ਧਾਰਮਿਕ ਕੱਟੜ ਨਾ ਹੋਵੇ ਨਾ, ਉਹ ਹੋਰ ਤਾਂ ਚੀਜ਼ਾਂ ਦਾ ਕੱਟੜ ਹੋਵੇ, ਜਿਵੇਂ ਆ ਤੁਹਾਡੇ ਵਿਚਾਰਾਂ ਦੀ ਕੱਟੜਤਾ, ਤੁਹਾਡੇ ਜਿਹੜੇ ਹੈਗੇ ਆ ਪੈਟਰੀਆਰਕੀ ਵਗੈਰਾ, ਹੋਰ ਇਹ ਚੀਜ਼। ਇਹਨਾਂ ਨਾਲ ਇੱਕ ਸਟਰਗਲ ਦੋ ਤਰ੍ਹਾਂ ਦੀ ਆ। ਇੱਕ ਤਾਂ ਸਟੇਟ ਜਿਹੜਾ ਜੇ ਕਰੈਕਟਰ ਪ੍ਰੋਗਰੈਸਿਵ ਹੈ, ਜਿਵੇਂ ਸਾਡਾ ਭਾਰਤ ਸ਼ੁਰੂ 'ਚ ਆਜ਼ਾਦ ਹੋਇਆ ਜਦੋਂ, ਉਹਦੇ ਵਿੱਚ ਸਭ ਦੇ ਕੌਨਸਟੀਟਿਊਸ਼ਨ ਅਸੀਂ ਕਈ ਸਾਰੇ ਪੋਲੀਟੀਕਲ ਚੇਂਜਸ ਕੀਤੀਆਂ ਗਈਆਂ, ਵੀ ਜਿਵੇਂ ਮੰਨ ਲਓ ਕਿ ਦਲਿਤਾਂ ਨੂੰ ਵੀ ਜ਼ਮੀਨ ਮਿਲ ਸਕਦੀ ਆ, ਜਾਂ ਫਿਰ ਜਾਤ ਪਾਤ ਨੂੰ ਖਤਮ ਕਰਨ ਲਈ ਹੋਇਆ। ਇਹ ਹੈਗਾ ਪੋਲੀਟੀਕਲ ਚੇਂਜ। ਪੋਲੀਟੀਕਲ ਚੇਂਜ ਵੀ ਜ਼ਰੂਰੀ ਹੁੰਦੀ ਹੈ, ਨਾਲ ਸੋਸ਼ਲ ਚੇਂਜ ਵੀ ਜ਼ਰੂਰੀ ਹੁੰਦੀ ਉਹਦੇ ਨਾਲ। ਅਤੇ ਲੋਕਾਂ ਨੇ ਖੁਦ ਵੀ ਲੜਨਾ ਹੁੰਦਾ, ਕਿ ਥੱਲੇ ਜਿਹੜੇ ਪ੍ਰੈਸ਼ਰ ਗਰੁੱਪਸ ਹੁੰਦੇ ਉਹਨਾਂ ਨੇ ਵੀ ਲੜਾਈ ਕਰਨੀ ਹੁੰਦੀ ਆ। ਇੱਕ ਤਾਂ ਉਹ ਚੀਜ਼ ਹੁੰਦੀ ਆ। ਇਹ ਤਾਂ ਜਿਹੜੀ ਤੁਸੀਂ ਕਿਹਾ ਪੈਟਰੀਆਰਕੀ ਵਿੱਚ ਤਾਂ ਲੰਮੀ ਲੜਾਈ ਆ। ਜਿਹੜਾ ਉਹ ਧਾਰਮਿਕ ਕੱਟੜ ਦਾ ਕੀ ਹੈ, ਮਜ਼ਹਬੀ ਕੱਟੜ ਤਾਂ ਉਹ ਅਲੱਗ ਹੈ। ਸਾਡੇ ਹੁਣ ਪੰਜਾਬ 'ਚ ਐਂ ਹੋ ਗਿਆ ਨਾ ਕਿ ਪੰਜਾਬ ਕਿੰਨਾ ਰਹਿ ਗਿਆ, ਦੇਖੋ ਛੋਟਾ ਰਹਿ ਗਿਆ, ਉਹ 'ਚ ਡੋਮੀਨੇਟ ਸਿੱਖ ਕਮਿਊਨਿਟੀ ਕਰਨ ਲੱਗ ਗਈ। ਸਿੱਖ ਕਮਿਊਨਿਟੀ ਦੇ ਵਿੱਚ ਜਿਹੜੀ ਕੱਟੜਵਾਦ ਹੈ, ਕੱਟੜਵਾਦ ਕਿਸੇ ਵੀ ਧਰਮ ਦਾ ਮਾੜਾ, ਸਿੱਖ ਕਮਿਊਨਿਟੀ ਦਾ ਵੀ ਮਾੜਾ। ਪਰ ਜਦੋਂ ਹੁਣ ਅੱਜ ਦੇ ਸਮੇਂ 'ਚ ਅਸੀਂ ਉਹਦੀ ਬੀਜੇਪੀ ਦੇ ਹਿੰਦੂਤਵੀ ਕੱਟੜਵਾਦ ਨਾਲ ਤੁਲਨਾ ਕਰਦੇ ਹਾਂ, ਉਹ ਸ਼ਾਇਦ ਜਾਇਜ਼ ਨਹੀਂ। ਉਹਦਾ ਕਾਰਨ ਹੈ ਕਿ ਬੀਜੇਪੀ ਦਾ ਜਿਹੜਾ ਕੱਟੜਵਾਦ ਹੈ ਨਾ, ਉਹ ਇੱਕ ਸਟੇਟ ਹੈ, ਕਿਉਂਕਿ ਸਟੇਟ ਕੋਲ ਪਾਵਰ ਹੁੰਦੀ ਆ। ਜਿਹੜੀ ਦੂਜੀ ਛੋਟੀ ਕਮਿਊਨਿਟੀ ਉਹ ਤਾਂ ਉਹਨੂੰ ਵੱਡੀ ਨੂੰ ਦੇਖ ਕੇ ਉਹ ਲੈਂਦੀ ਆ, ਅਤੇ ਸਗੋਂ ਵੱਡੀ ਨੂੰ ਮੌਕਾ ਮਿਲ ਜਾਂਦਾ, ਆਹ ਦੇਖੋ ਐਂ ਕਰਦੇ ਨੇ, ਅਸੀਂ ਹੋਰ ਕਰਾਂਗੇ। ਇਸੇ ਤਰ੍ਹਾਂ ਹੁਣ ਜਿਹੜਾ ਪੂਰੇ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਗੱਲ ਕਰਾਂ, ਕਹਿਣ ਨੂੰ ਤਾਂ ਜੀ ਪੰਜਾਬੀ ਸਟੈਬਲਿਸ਼ਮੈਂਟ 'ਤੇ ਕਾਬਜ਼ ਨੇ ਤੁਹਾਡੇ, ਠੀਕ ਹੈ, ਕਹਿਣ ਨੂੰ ਤਾਂ ਮੈਂ ਸ਼ਬਦ ਵਰਤ ਰਿਹਾ, ਪਰ ਉਹ ਪੰਜਾਬੀ ਸਟੈਬਲਿਸ਼ਮੈਂਟ ਨਹੀਂ ਚਾਹੁੰਦੀ ਕਿ ਪੰਜਾਬੀ ਪੜ੍ਹੀ ਜਾਵੇ, ਕਿਉਂਕਿ ਸਟੈਬਲਿਸ਼ਮੈਂਟ ਦੀ ਇੱਕ ਅਲੱਗ ਜ਼ੁਬਾਨ ਹੈ, ਕਿਉਂਕਿ ਸਟੈਬਲਿਸ਼ਮੈਂਟ ਦੀ ਭਾਸ਼ਾ ਅਲੱਗ ਆ। ਉਹ ਕਹਿੰਦੀ ਵੀ ਸਾਡਾ ਉਰਦੂ ਨਾਲ ਛੜੇ, ਜਿਵੇਂ ਤੁਹਾਡੇ ਇੱਥੇ ਗੁਲਾਮ ਹੈਦਰ ਵਾਈ ਹੁੰਦਾ ਸੀਗਾ, ਠੇਠ ਪੰਜਾਬੀ 'ਚ ਗਾਲਾਂ ਕੱਢਦਾ ਹੁੰਦਾ ਸੀ, ਮੈਂ ਸੁਣਿਆ, ਠੇਠ ਪੰਜਾਬੀ ਬੋਲਦਾ ਸੀ। ਜਦੋਂ ਉਹਨੂੰ ਕਿਉਂਕਿ ਮੈਂ ਤੁਹਾਡੇ ਲਹਿਰਾਂ 'ਚ ਪੜ੍ਹਿਆ ਸੀਗਾ, ਲਹਿਰਾਂ ਦਾ ਜਦੋਂ ਪੰਜਾਬੀ 'ਚ ਗੁਰਮੁਖੀ 'ਚ ਤਰਜਮਾ ਹੋਇਆ ਨਾ, ਉਹਦੇ ਵਿੱਚ ਇੱਕ ਐਡੀਟੋਰੀਅਲ ਸੀ ਲਹਿਰਾਂ, ਤੁਹਾਡਾ ਨਾ ਸ਼ਾਹਮੁਖੀ 'ਚ ਬਹੁਤ ਅੱਛਾ ਪਰਚਾ ਹੁੰਦਾ ਸੀਗਾ ਕਿ ਗੁਲਾਮ ਹੈਦਰ ਬਾਈ ਨੂੰ ਉਸ ਸਮੇਂ ਦੀ ਮਰਕਜ਼ੀ ਹੁਕੂਮਤ ਨੇ ਕਿਹਾ ਕਿ ਤੁਸੀਂ ਜੇ ਚਾਹੋ ਜਨਾਬ ਪੰਜਾਬੀ ਜ਼ਬਾਨ ਸੂਬੇ 'ਚ ਲਾਗੂ ਕਰ ਸਕਦੇ ਹੋ, ਅਤੇ ਉਸ ਠੇਠ ਪੰਜਾਬੀ ਮੁੱਖ ਮੰਤਰੀ ਨੇ ਇਨਕਾਰ ਕਰਤਾ ਸੀਗਾ। ਕਿਉਂਕਿ ਕਾਰਨ ਕੀ ਆ, ਪੰਜਾਬੀ ਜੋ ਸੀ ਕਿ ਨਾ, ਪੰਜਾਬੀ ਸੱਤਾ 'ਚ ਕਾਬਜ਼ ਆ। ਪੰਜਾਬੀ ਸੱਤਾ 'ਚ ਕਾਬਜ਼ ਹੋਣਾ ਹੋਰ ਗੱਲ ਹੈ, ਉਹ ਜ਼ਬਾਨ ਲਈ ਕੰਮ ਕਰਨਾ ਹੋਰ ਗੱਲ ਹੈ। ਕਿਉਂਕਿ ਜਦੋਂ ਉਹ ਸੱਤਾ 'ਚ ਕਾਬਜ਼ ਆ ਨਾ, ਉਹ ਕਰ ਕੀ ਰਿਹਾ, ਉਹ ਇਹ ਤਾਂ ਕਹਿ ਰਿਹਾ ਪੰਜਾਬੀ ਦੇ ਨਾਂ 'ਤੇ ਕਾਬਜ਼ ਤਾਂ ਹੋ ਰਿਹਾ, ਪਰ ਉਹ ਕਹਿੰਦਾ ਵੀ ਮੇਰੀ ਜਿਹੜੀ ਸੱਤਾ ਦਾ ਆਪਦੀ ਬੋਲੀ ਉਹ ਵੱਖਰੀ ਹੋਏਗੀ। ਕਿਉਂਕਿ ਜੇ ਉਹ ਆਮ ਬੋਲੀ 'ਚ ਗੱਲ ਕਰੇਗਾ ਲੁਕਾਈ ਨਾਲੋਂ, ਤਾਂ ਫਿਰ ਉਹਦਾ ਉਹ ਹੋਏਗਾ ਲੁਕਾਈ ਸਿਆਣੀ ਹੋ ਜਾਊਗੀ। ਹੁਣ ਉਹ ਇੱਕ ਸਿੰਪਲ ਜੀ ਗੱਲ ਆ, ਜਿਵੇਂ ਸਾਡੇ ਤੁਹਾਡੇ ਪੰਜਾਬੀ ਅਧੀਬ ਵੀ ਕਹਿੰਦੇ ਆ ਵੀ ਪੰਜਾਬੀ ਲਾਗੂ ਕਰੋ, ਹੋਣੀ ਚਾਹੀਦੀ ਹੈ, ਬਿਲਕੁਲ। ਨਾਲ ਇੱਕ ਧਿਆਨ ਹੋਰ ਵੀ, ਉਹ ਜਿਹੜੀ ਜ਼ੁਬਾਨ ਦੇ ਵਿੱਚ ਹੋਣਾ ਕੀ ਚਾਹੀਦਾ, ਉਹਦੇ ਵਿੱਚ ਜਿੰਨਾ ਜ਼ਿਕਰ, ਜੇ ਤਾਂ ਵਧੀਆ ਸ਼ਬਦ ਭੰਡਾਰ, ਵਧੀਆ ਵਿਦਰੋਹੀ ਖਸਲਤ ਨਹੀਂ ਹੋਏਗੀ। ਜੇ ਖਸਲਤ ਨਹੀਂ ਤਾਂ ਕਈ ਹੋ ਸਕਦਾ ਆਉਣ ਵਾਲੇ ਸਮੇਂ 'ਚ ਲਾਗੂ ਵੀ ਕਰ ਦੇਣ, ਜਿਵੇਂ ਸਾਡੇ ਪੰਜਾਬ 'ਚ ਲਾਗੂ ਹੈ। ਉਹ ਰਾਈਟਰ ਦੇਖਿਆ ਤੁਸੀਂ, ਸਾਡੇ 90 ਤੋਂ ਬਾਅਦ ਇਸ ਤਰ੍ਹਾਂ ਦੇ ਰਾਈਟਰ ਪੈਦਾ ਹੋਣ ਲੱਗੇ ਨੇ, ਜਿਹੜੇ ਵਿਚਾਰੇ ਮਿਡਲ ਕਲਾਸੀ ਰਾਈਟਰ ਨੇ। ਜੇ ਪੰਜਾਬੀ ਪੋਇਟਰੀ ਦੀ ਦਿੱਕਤ ਕੀ ਹੈ, ਤੁਸੀਂ ਪੰਜਾਬੀ ਦੀ ਗੱਲ ਕਰ ਰਹੇ ਹੋ ਨਾ, ਇੱਕ ਵੀਡੀਓ ਬੜੀ ਸਰਕੂਲੇਟ ਕਰ ਰਹੀ ਹੈ, ਵਜ਼ੀਰ ਤਾਲੀਮ ਪੰਜਾਬ ਨੇ ਉਹ ਆਪਣੇ ਫੋਨ ਦੇ ਉੱਤੇ ਨਾ ਕਿਸੇ ਸੈਕਟਰੀ ਨੂੰ ਡਾਂਟ ਰਹੇ ਨੇ ਕਿ ਉੱਥੋਂ ਉਹਨਾਂ ਦੇ ਕਿਸੇ ਇਲਾਕੇ ਤੋਂ ਰੂੜੀ ਨਹੀਂ ਚੁੱਕੀ ਜਾ ਰਹੀ, ਸਫਾਈ ਨਹੀਂ ਹੋ ਰਹੀ। ਉਹ ਪੰਜਾਬੀ 'ਚ ਗੱਲ ਕਰ ਰਹੇ ਨੇ। ਹੁਣ ਉਹ ਵੀਡੀਓ ਕਿਤੇ ਸਰਕੂਲੇਟ ਕਰ ਗਈ ਹੈ। ਹੁਣ ਉਹ ਪੂਰੇ ਸੋਸ਼ਲ ਮੀਡੀਆ 'ਤੇ ਲੋਕ ਕਹਿ ਰਹੇ ਨੇ ਕਿ ਇਹ ਵਜ਼ੀਰ ਤਾਲੀਮ ਪੰਜਾਬ ਹੈ, ਇਹ ਕਿਹੋ ਜਿਹੀ ਬੋਲੀ ਬੋਲ ਰਿਹਾ, ਇਹਨੂੰ ਸ਼ਰਮ ਕਰਨੀ ਚਾਹੀਦੀ, ਇਹਨੂੰ ਇਸ ਅਹੁਦੇ ਤੋਂ ਲਾ ਦੇਣਾ ਚਾਹੀਦਾ, ਸਿਰਫ ਕੇਸ ਵਾਸਤੇ ਕਿ ਉਹ ਪੰਜਾਬੀ ਦੇ ਵਿੱਚ ਉਹਨੂੰ ਕਹਿ ਰਿਹਾ। ਉਹ ਕਹਿ ਰਹੇ ਨੇ ਵਜ਼ੀਰ ਹੋ ਕੇ ਪੰਜਾਬੀ ਕਿਉਂ ਬੋਲ ਰਿਹਾ, ਉਹ ਵਜ਼ੀਰ ਤਾਲੀਮ ਹੈ, ਪੰਜਾਬੀ ਕਿਉਂ ਬੋਲ ਰਿਹਾ। ਇਹ ਨਾ ਇੱਕ ਮੈਂ ਦੇਖਿਆ ਉਹਦਾ ਇੱਕ ਕਾਰਨ ਹੈ ਵੱਡਾ, ਕਿਉਂਕਿ ਉਹਦੀ ਨਾ ਜੜ ਕਿਤੇ ਹੋਰ ਪਈ ਹੈ। ਜਿਵੇਂ ਪਾਕਿਸਤਾਨ ਤੁਹਾਡਾ ਬਣਿਆ ਸੀਗਾ ਨਾ, ਉਹਦੇ ਵਿੱਚ ਇੱਕ ਤਾਂ ਉਰਦੂ ਜ਼ਬਾਨ ਸਾਰੇ ਉਹ ਘਰ ਬਣਾ ਦਿੱਤੀ ਗਈ, ਫਿਰ ਇਹ ਸਟੇਟਸ ਸਿੰਬਲ ਵੀ ਬਣ ਗਈ, ਜਿਹੜੀ ਕਿਸੇ ਇਲਾਕੇ ਦੀ ਮਾਂ ਬੋਲੀ ਨਹੀਂ ਹੈਗੀ। ਹਾਂ, ਤੇ ਉਹ ਸਾਡੇ 14% ਉਰਦੂ ਬੋਲਣ ਵਾਲੇ ਨੇ, ਸਾਡਾ ਹੋਣਗੇ, ਪਰ ਸਥਾਨਕ ਮਾਂ ਬੋਲੀ ਨਹੀਂ ਨਾ ਹੈਗੀ। ਉਹਦੇ ਵਿੱਚ ਮਸਲਾ ਹੈ ਨਾ ਕਿ ਕਈ ਪੰਜਾਬੀਆਂ ਨੇ ਵੀ ਲਿਖਾਤਾ, ਉਹੀ ਗੱਲ ਹੈ। ਪਰ ਸਥਾਨਕ ਜਿਹੜੀ ਲੋਕਲ ਬੋਲੀ ਤਾਂ ਨਹੀਂ ਹੋਏਗੀ ਕਿਸੇ ਦੀ ਮਾਂ ਬੋਲੀ। ਮਤਲਬ ਮਾਂ ਬੋਲੀ ਕਿ ਉਹਦਾ ਲੋਕਲ ਬੋਲੀ, ਮਤਲਬ ਮੈਂ ਕਹਿਣਾ ਵੀ ਸਥਾਨਕ ਬੋਲੀ ਨਹੀਂ ਹੈਗੀ ਉਹ, ਲੇਕਿਨ ਉਹ ਇੱਕ ਬਣਾ ਦਿੱਤੀ ਗਈ। ਪਤਾ ਨਹੀਂ ਉਹ ਹੁਣ ਤੁਹਾਡੇ ਮੁਲਕ ਨੇ ਕਿਉਂ, ਕੀ ਕਾਰਨ, ਤੁਸੀਂ ਵੱਧ ਜਾਣਦੇ ਹੋ, ਮੈਂ ਉਹਦੇ 'ਤੇ ਹਲੇ ਪੈਣਾ ਵੀ ਨਹੀਂ ਚਾਹੁੰਦਾ, ਕਿਤੇ ਅਗਲੀ ਵਾਰ ਮੈਨੂੰ ਵੀਜ਼ਾ ਹੀ ਨਾ ਦੇਣ। ਤੇ ਇਸ ਕਰਕੇ ਉਹਦਾ ਉਹ ਇੱਕ ਜਿਹੜਾ ਅਗਲਾ ਸਵਾਲ ਹੈ ਨਾ, ਉਹਦੇ ਤੇ ਸ਼ਾਇਦ ਮੈਨੂੰ ਨਾ ਵੀਜ਼ਾ। ਅੱਛਾ, ਦੂਜੀ ਚੀਜ਼ ਮੈਂ ਕਹਿੰਦਾ ਨਾ, ਉਹਦੇ ਵਿੱਚ ਕੀ ਹੋਇਆ ਕਿ ਉਹਦੇ ਵਿੱਚ ਲੋਕਲ ਜਿਹੜੀਆਂ ਜ਼ੁਬਾਨਾਂ ਦਾ ਕੰਮ ਇਹ ਹੋ ਗਿਆ, ਲੇਕਿਨ ਉਰੇ ਤੁਹਾਡੀ ਕਹਾਣੀ ਹੈ ਕਿ ਸੱਤਾ ਦੇ ਉੱਤੇ ਪੰਜਾਬੀ ਕਾਬਜ਼ ਨੇ, ਠੀਕ ਹੈ ਜੀ।
ਲੇਕਿਨ ਪੰਜਾਬ ਨੂੰ ਪੰਜਾਬੀ ਜ਼ੁਬਾਨ ਫਿਰ ਵੀ ਲਾਗੂ ਨਹੀਂ। ਉਹ ਮੈਂ ਇਹੀ ਕਹਿਣਾ ਚਾਹੁੰਦਾ, ਜਿਵੇਂ ਨਾ ਕਈ ਦੂਜੇ ਸੂਬੇ ਕਹਿੰਦੇ ਨੇ, ਤੁਹਾਡੇ ਬਲੋਚਿਸਤਾਨ ਵੱਲੋਂ ਮੈਂ ਸੁਣਦਾ ਹੁੰਦਾ ਹੋਰ ਵੀ ਪੰਜਾਬੀਆਂ ਨੇ ਐਂ ਕਰਤਾ ਵੀ ਉਹਨਾਂ ਨੇ ਸਾਡੇ ਨਾਲ ਬੇਇਨਸਾਫੀ ਕਰਤੀ। ਉਹ ਪੰਜਾਬੀ ਲੁਕਾਈ ਨਹੀਂ ਕਰ ਰਹੀ ਹੁੰਦੀ, ਲੁਕਾਈ ਤਾਂ ਇੱਕੋ ਜਿਹੀ ਕੁੱਟ ਖਾ ਰਹੀ ਹੁੰਦੀ ਆ। ਉਹ ਸੱਤਾ ਦੇ ਉੱਤੇ, ਉਹ ਜਿਹੜੀ ਸੱਤਾ ਉਹ ਨਾ ਪੰਜਾਬੀ ਤੇ ਬੈਠੀ ਹੁੰਦੀ ਹੈ, ਉਹ ਆਪਣਾ ਕੰਮ ਕਰ ਰਹੀ ਹੁੰਦੀ ਹੈ। ਜਿਵੇਂ ਸਾਡੇ ਹੁਣ ਉਦਾਹਰਨ ਦੇ ਤੌਰ 'ਤੇ ਸਾਡਾ ਮੁਲਕ ਹੈ ਜੀ, ਹਿੰਦੂ ਤਵੀ ਸਰਕਾਰ ਹੈ, ਉਹ ਹਿੰਦੂ ਧਰਮ ਦੀ ਵੈਲਿਊ ਸਿਸਟਮ 'ਤੇ ਥੋੜ੍ਹਾ ਕੰਮ ਕਰ ਰਹੀ ਆ। ਉਹ ਤਾਂ ਜਿਹੜੀ ਉਹਦੀ ਕੱਟੜਤਾ ਦੇ ਉੱਤੇ ਕੰਮ ਕਰਦੀ, ਉਹ ਜਿਹੜੇ ਵਿਚਾਰਾ ਆਮ ਗਰੀਬ ਹਿੰਦੂ ਆ ਉਹਦਾ ਵੀ ਉਹੀ ਹਾਲ ਹੈ। ਉਹਨੂੰ ਵੀ ਔਖਾ, ਉਹਨੂੰ ਵੀ 50 ਰੁਪਏ ਕਮਾਉਣੇ ਔਖੇ ਨੇ, ਜਿਹੜੇ ਮੁਸਲਮਾਨ ਜਾਂ ਸਿੱਖ ਨੂੰ ਔਖੇ ਨੇ। ਸੱਤਾ ਦਾ ਇੱਕੋ ਹੀ ਧਰਮ ਹੁੰਦਾ, ਜਿਹੜੀ ਸੱਤਾ ਮਤਲਬ ਸਟੈਬਲਿਸ਼ਮੈਂਟ ਜਾਂ ਜਿਹੜੀ ਕਾਬਜ਼ ਹੁੰਦੀ ਆ ਕਿ ਲੋਕਾਂ ਨੂੰ ਕੁੱਟ ਕੇ ਕਿਵੇਂ ਸਿੱਧਾ ਰੱਖਣਾ। ਇਹ ਸੱਤਾ ਦਾ ਸੁਣਿਆ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਨਜ਼ਮ ਦਾ ਹੈ ਸ਼ੇਅਰ ਕਿ ਜਦ ਵੀ ਨਵਾਂ ਨਿਜ਼ਾਮ ਆਵੇ ਯਾਰ ਉਹ ਲੈ ਕੇ ਨਵੀਂ ਲਗਾਮ ਆਵੇ। ਤੇ ਇਹ ਮੈਨੂੰ ਲੱਗਦਾ ਜਿਹੜੀ ਚੀਜ਼ ਹੁਣ ਸ਼ੁਰੂ ਕੀਤੀ ਹੈ ਤੁਹਾਡੀ ਹਕੂਮਤ ਨੇ, ਉਹਨੂੰ ਜਾਰੀ ਰੱਖਣੀ ਚਾਹੀਦੀ ਵੀ ਘੱਟੋ ਘੱਟ ਇੰਡੀਆ ਵਾਲੇ ਪਾਸਿਓਂ ਜੇ ਇਹ ਚੰਗੀ ਪਹਿਲ ਕਦਮੀ ਕਰਦੇ ਨੇ ਤਾਂ ਘੱਟੋ ਘੱਟ ਇੱਕ ਵਾਲੇ ਪਾਸੇ ਤੇ ਇੱਕ ਦੂਜੇ ਨੂੰ ਮਿਲ ਲੈਣ, ਕੋਈ ਬਿਲ ਤਾਂ ਰਿਹਾ ਨਾ ਕਿਸੇ ਨੂੰ। ਅਸਲ 'ਚ ਰਿਲੀਜੀਅਸ ਟੂਰਿਜ਼ਮ ਦੇ ਨਾਂ ਤੇ ਪੰਜਾਬ ਦੇ ਵਿੱਚ ਜਿਹੜੀ ਕਰਤਾਰਪੁਰ ਲਾਂਘਾ ਦਾ ਮਾਮਲਾ ਹੈ ਉਹਦੀ ਵਜ੍ਹਾ ਤੋਂ ਵੀ ਥੋੜੀ ਪਰ ਨਹੀਂ ਉਹਨੂੰ ਪੋਜ਼ਿਟਿਵ ਦੇਖਣਾ ਬਣਦਾ। ਉਹਦਾ ਕਾਰਨ ਕੀ ਹੈ? ਦੇਖੋ ਉਹਦਾ ਕਾਰਨ ਇਹ ਕਿ ਜਿਹੜਾ ਨਾ ਪਾਕਿਸਤਾਨ ਦੇ ਵਿੱਚ ਜਿਹੜੇ ਵੱਡੀ ਗਿਣਤੀ ਮੁਸਲਮਾਨ ਆ, ਉਹਨਾਂ ਦੇ ਜਿਹੜੇ ਮੁਕੱਦਸ ਸਥਾਨ ਬਾਹਰ ਨੇ। ਉਰੇ ਸਿੱਖ ਹੀ ਇੱਕ ਕਮਿਊਨਿਟੀ ਆ ਜਿਹਦੇ ਉਰੇ ਬਹੁਤ ਸਾਰੇ ਧਾਰਮਿਕ ਸਥਾਨ ਨੇ। ਹੁਣ ਪੈਸਾ ਵੀ ਅਗਲੇ ਨੇ ਕਮਾਉਣਾ। ਤੁਹਾਡੇ ਮੁਲਕ ਦਾ ਕਿੰਨਾ ਤਾਂ ਬੁਰਾ ਹਾਲ ਹੋਇਆ, ਆਏ ਦਿਨ ਕਰਜ਼ੇ ਚੁੱਕੀ ਜਾਂਦਾ। IMF ਨੂੰ ਵੀ ਅੱਖਾਂ ਦਿਖਾ ਰਿਹਾ ਹੈਗਾ, ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਵੀ ਦੇ ਦਿਓ ਕੁਛ ਤੇ ਕੁਛ ਹੈ। ਤੇ ਲੀਡਰਾਂ ਨੇ ਅੱਗੇ ਪਿੱਛੇ ਵਾਲਿਆਂ ਨੇ ਸਭ ਨੇ ਭੱਠਾ ਬਿਠਾਇਆ ਹੋਇਆ। ਤੇ ਉਹਦੇ ਲਈ ਹੁਣ ਜੇ ਪੈਸਾ ਚਾਰ ਆਉਂਦਾ, ਮੈਨੂੰ ਤਾਂ ਕੋਈ ਮਾੜੀ ਗੱਲ ਨਹੀਂ ਲੱਗਦੀ ਇਹ। ਨਹੀਂ ਬਿਲਕੁਲ ਵੀ ਨਹੀਂ ਲੱਗਦੀ, ਲੇਕਿਨ ਸਿਰਫ ਰਿਲੀਜੀਅਸ ਟੂਰਿਜ਼ਮ ਤਾਂ ਨਹੀਂ ਨਾ ਹੁੰਦਾ। ਜਦੋਂ ਅਸੀਂ ਗੱਲ ਕਰਦੇ ਹਾਂ 47 'ਚ ਇੱਧਰ ਲਾਲੇ ਉੱਧਰ ਚਲੇ ਗਏ, ਉੱਧਰੋਂ ਇੱਧਰ ਆਏ, ਤੇ ਕਈ ਇਹੋ ਜਿਹੇ ਵੀ ਤੇ ਹੈ ਨੇ ਨਾ ਜਿਹੜੇ ਕਹਿੰਦੇ ਕਿ ਸਾਡੇ ਪੁਰਖ ਜਿੱਥੋਂ ਨਿਕਲ ਕੇ ਆਏ ਇੱਕ ਵਾਰੀ ਉੱਥੇ ਉਸ ਪਿੰਡ ਜਾਣਾ ਹੈ। ਇਹਦੇ ਵਿੱਚ ਮੈਂ ਸਮਝ ਜਾਣਾ ਹੈ ਇੱਕ ਵਾਰੀ ਮੇਰਾ ਉੱਥੇ। ਇਹ ਤੁਹਾਡੀ ਸਰਕਾਰ ਦੇ ਨਾ ਕੰਨ 'ਚ ਫਾਇਦੇ ਵਾਲਾ ਜਿਵੇਂ ਉਹ ਹੈ ਨਹੀਂ ਨੁਸਖਾ ਆਪਾਂ ਹੁੰਦਾ ਵੀ ਭਾਈ ਜਿਹੜਾ ਦੁਕਾਨਦਾਰ ਨੂੰ ਨੁਸਖਾ ਨਹੀਂ ਦੇਣਾ ਹੁੰਦਾ ਵੀ ਦੇਖੋ ਜੀ ਰਿਲੀਜੀਅਸ ਟੂਰਿਸਟ ਨਾਲ ਤਾਂ ਫਾਇਦਾ ਹੁੰਦਾ ਪਰ ਪੈਸਾ ਉੱਧਰੋਂ ਵੀ ਆਊਗਾ। ਜਿਹੜੇ ਰਿਲੀਜੀਅਸ ਨਹੀਂ ਹੈਗੇ, ਨਾਨ ਰਿਲੀਜੀਅਸ ਨੇ, ਮਤਲਬ ਜਿਨ੍ਹਾਂ ਨੇ ਆਪਣੇ ਦਾਦਕਿਆਂ ਨਾਨਕਿਆਂ ਨੂੰ ਦੇਖਣਾ, ਉਹਨਾਂ ਨੂੰ ਵੀ ਵੀਜ਼ਾ ਦਿਓ। ਪਰ ਤੁਹਾਡੇ ਵਾਲੇ ਪਾਸਿਓਂ ਵੀ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਮੈਂ ਉਨੀ ਆਸ ਜਿਹੜੀ ਆਪਣੀ ਹਕੂਮਤ ਤੋਂ ਵੀ ਕਰਨਾ ਚਾਹੁੰਦਾ, ਬਸ ਆਸ ਹੀ ਕਰ ਸਕਦਾ ਮੈਂ। ਅੱਛਾ ਸ਼ਿਵ, ਮੈਨੂੰ ਇਹ ਦੱਸੋ ਕਿ ਇੱਕ ਪੋਪੂਲਿਜ਼ਮ ਹੈ BJP ਦਾ, ਹਾਂ, ਹਿੰਦੂਤਾ ਦੀ ਗੱਲ ਹੋ ਰਹੀ ਹੈ, ਇਹ ਸਾਰਾ ਕੁਝ ਤੁਹਾਨੂੰ ਕੀ ਲੱਗਦਾ ਹੈ? ਆਪ ਵਾਲੇ ਹੋ ਗਏ ਜਾਂ ਅਕਾਲੀ ਦਲ ਵਾਲੇ ਜਿਹੜੇ ਨੇ, ਜਿਹੋ ਜਿਹੇ ਨਾਰੇ ਇਹਨਾਂ ਦੇ ਨੇ ਜਾਂ ਜੋ ਇਹ ਗੱਲਾਂ ਕਰਦੇ ਨੇ, ਉਹ ਕਿਤੇ ਨਾ ਕਿਤੇ ਇੱਕ ਪੋਪੂਲਿਸਟ ਨੈਰੇਟਿਵ ਨੂੰ ਹੀ ਅੱਗੇ ਨਹੀਂ ਵਧਾਉਂਦੇ ਇੱਕ ਦੂਸਰੀ ਤਰ੍ਹਾਂ ਦਾ। ਜਿਸ ਤਰ੍ਹਾਂ ਇੱਕ ਰਾਈਟ ਵਿੰਗ ਪੋਪੂਲਿਜ਼ਮ ਹੈ, ਇਹੋ ਜਿਹਾ ਹੀ ਇੱਕ ਲੈਫਟ ਵਿੰਗ ਪੋਪੂਲਿਜ਼ਮ ਵੀ ਕਾਂਗਰਸ ਦਾ ਲੈਫਟ ਵਿੰਗ ਪੋਪੂਲਿਜ਼ਮ ਹੈ ਅਗਰ ਗੌਰ ਨਾਲ ਦੇਖਿਆ ਜਾਏ ਤੇ ਤੁਸੀਂ ਇਸ ਸੂਰਤ ਹਾਲ ਨੂੰ ਕਿਸ ਤਰ੍ਹਾਂ ਦੇਖਦੇ? ਨਹੀਂ, ਇੱਕ ਤਾਂ ਮੈਂ ਸਹਿਮਤ ਨਹੀਂ ਆ। ਅਕਾਲੀ ਦਲ ਤਾਂ ਹੁਣ ਖਤਮ ਹੀ ਹੋ ਗਿਆ, ਉਹ ਪਤਾ ਉਹ ਆਪਣੇ ਲੱਛਣ ਹੀ ਹੋ ਗਿਆ। ਕਾਂਗਰਸ ਦਾ ਤਾਂ ਕੋਈ ਲੈਫਟ ਲੁਫਟ ਵਾਲਾ ਵੀ ਨਹੀਂ ਹੈਗਾ। ਕਾਂਗਰਸ ਦਾ ਤਾਂ ਸਮੇਂ-ਸਮੇਂ ਤੇ ਉਹਦੀ ਟੋਨ ਬਦਲਦੀ ਰਹੀ ਆ। ਰਾਹੁਲ ਗਾਂਧੀ ਕਈ ਵਾਰ ਮੰਦਰਾਂ 'ਚ ਘੰਟੀਆਂ ਵਜਾਉਣ ਚਲੇ ਗਿਆ 19 ਦੇ ਵਿੱਚ। ਐਤਕੀ ਉਹਨੇ ਥੋੜ੍ਹਾ ਜਿਹਾ ਸਟੈਂਡ ਜ਼ਰੂਰ ਲਿਆ ਪਰ ਉਹਦੇ ਵਿੱਚ ਵੀ ਡਰਦਾ, ਉਹ ਇਹ ਕਹਿਣ ਤੋਂ ਡਰਦਾ ਜਿਵੇਂ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ। ਇਹਦੇ ਵਿੱਚ ਇਹ ਵੀ ਮੈਂ ਪੁੱਛ ਰਹੀ ਕਿ ਕਿਸਾਨ ਅੰਦੋਲਨ ਨੂੰ ਵੀ ਉਹਨੇ ਥੋੜਾ ਕੈਸ਼ ਕਰਾਇਆ ਹੈ ਕਾਂਗਰਸ ਨੇ। ਨਹੀਂ, ਉਹਨੇ ਐਂ ਜ਼ਰੂਰ ਕੀਤਾ ਵੀ ਜਦੋਂ ਉਹਦੀ ਸਰਕਾਰ ਸੀਗੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਅੱਜ ਕੱਲ੍ਹ ਉਹ BJP ਵਿੱਚ ਹੈ, ਉਦੋਂ ਕਾਂਗਰਸ ਵਿੱਚ ਸੀਗਾ। ਉਦੋਂ ਕਿਸਾਨਾਂ ਨੂੰ ਉਹਨੇ ਲਾਂਘਾ ਦਿੱਤਾ, ਪ੍ਰੋਟੈਸਟ ਕਰਨ ਨੂੰ ਦਿੱਤਾ, ਉਹ ਸਪੇਸ ਮਿਲੀ ਆ ਉਹਨੂੰ। ਲੇਕਿਨ ਕਾਂਗਰਸ ਦੀ ਹੋਰ ਦਿੱਕਤ ਆ, ਜਿਹਨੂੰ ਪੰਜਾਬ ਤੋਂ ਬਾਹਰ ਹੋ ਕੇ ਦੇਖੀਏ। ਪੰਜਾਬ ਤਾਂ ਸਾਡੇ ਛੋਟਾ ਜਿਹਾ ਸੂਬਾ, ਜੇ ਓਵਰਆਲ ਇੰਡੀਆ 'ਚ ਦੇਖਿਆ, ਜਿਹੜਾ ਨਾ ਇੱਕ ਵੱਡਾ ਨੈਰੇਟਿਵ ਹੁੰਦਾ, ਤੁਸੀਂ ਜਿਹੜੀ ਧਿਰ ਸੱਤਾ 'ਚ ਬੈਠੀ ਆ ਉਹ ਹਿੰਦੂਤਵ ਦੀ ਪੋਲੀਟਿਕਸ ਕਰਦੀ ਆ, ਉਹ ਨਫ਼ਰਤ ਫੈਲਾ ਰਹੀ ਹੈ, ਤੁਸੀਂ ਉਹਨੂੰ ਕੱਟਣਾ ਹੁੰਦਾ। ਉਹਨੂੰ ਕੱਟਣ ਲਈ ਥੋੜ੍ਹਾ ਨੈਰੇਟਿਵ ਪਤਾ ਕੀ ਹੁੰਦਾ ਵੀ ਉਸ ਹਿੰਦੂਤਵ ਤੋਂ ਵੱਖਰੀਆਂ ਤਾਕਤਾਂ ਕਿਹੜੀਆਂ ਨੇ, ਉਹਨਾਂ ਤੱਕ ਅਪਰੋਚ ਕੀਤਾ ਜਾਵੇ। ਫੋਰ ਐਗਜ਼ਾਮਪਲ ਕਸ਼ਮੀਰੀ BJP ਦੇ ਸੋ ਕਾਲਡ ਨਿਊ ਇੰਡੀਆ ਨੂੰ ਪਸੰਦ ਨਹੀਂ ਕਰਦੇ। ਕੀ ਕਾਂਗਰਸ ਨੇ ਉਹਨਾਂ ਕਸ਼ਮੀਰੀਆਂ ਨਾਲ ਕਦੇ ਸਾਂਝ ਪਾਈ ਹੈ? ਸਿੱਖ ਉਸ ਸੋ ਕਾਲਡ ਨਿਊ ਇੰਡੀਆ ਨੂੰ ਕਬੂਲ ਨਹੀਂ ਕਰਦੇ। ਕਾਂਗਰਸ ਨੇ ਕਦੇ ਪਾਈ ਹੈ? ਉਲਟਾ 84 ਦੇ ਕਤਲੇਆਮ 'ਚ ਕਾਂਗਰਸ ਦਾ ਯੋਗਦਾਨ ਰਿਹਾ। ਅੱਛਾ, ਫਿਰ ਤੁਹਾਡੇ ਹੋ ਗਏ ਦਲਿਤ, ਫਿਰ ਮੁਸਲਮਾਨਾਂ ਦਾ ਕਈ ਵਾਰ ਕਾਂਗਰਸ ਨਾਂ ਲੈਣ ਤੋਂ ਵੀ ਡਰ ਜਾਂਦੀ ਆ। ਜਿਵੇਂ ਹੁਣ ਗੁਜਰਾਤ ਦੀ ਇਲੈਕਸ਼ਨ ਹੁੰਦੀ ਆ, ਮੁਸਲਮਾਨ ਮੁਹੱਲਿਆਂ 'ਚ ਵੋਟ ਮੰਗਣ ਨਹੀਂ ਆਉਂਦੇ ਵੀ ਹਿੰਦੂਆਂ ਨੇ ਵੋਟ ਨਹੀਂ ਪਾਉਣੀ ਹੈਗੀ। ਇਹ ਹਿੰਦੂ ਤਾਂ ਜੇਕਰ ਤੁਸੀਂ ਸੌਫਟ ਹਿੰਦੂ ਤਾਂ ਬਣ ਕੇ BJP ਦਾ ਮੁਕਾਬਲਾ ਕਰੋਗੇ, ਨਹੀਂ ਜਿੱਤ ਸਕਦੇ।
ਬੀਜੇਪੀ ਦਾ ਮੁਕਾਬਲਾ ਕਰਨ ਲਈ ਉਹ ਤਾਕਤਾਂ ਜਿਹੜੀਆਂ ਤਾਕਤਾਂ ਬੀਜੇਪੀ ਦੇ ਸੋ ਕਾਲਡ ਨਿਊ ਇੰਡੀਆ ਨੂੰ ਨਹੀਂ ਮੰਨਦੀਆਂ, ਤੁਹਾਨੂੰ ਉਹਨਾਂ ਲਈ ਉਹਨਾਂ ਨਾਲ ਖੜਨਾ ਪਏਗਾ, ਉਹਨਾਂ ਦਾ ਕਦਮ ਨਾਲ ਕਦਮ ਮਿਲਾਉਣਾ ਪਏਗਾ, ਤਾਂ ਤੁਸੀਂ ਉਹਨੂੰ ਟੱਕਰਾ ਦੇ ਸਕਦੇ ਹੋ। ਜੇ ਤੁਸੀਂ ਉਹਨਾਂ ਦੀ ਗੇਮ ਖੇਡੋਗੇ ਤਾਂ ਉਸਤਾਦ ਨੇ ਆਪਣੀ ਗੇਮ ਦੇ ਵਿੱਚ, ਕੇਜਰੀਵਾਲ ਦਾ ਵੀ ਇਹੀ ਹਾਲ ਸੀ, ਤਾਂ ਹੀ ਬੁਰਾ ਹਾਲ ਹੋਇਆ ਜਦੋਂ ਮਾਈਨੋਰਿਟੀ ਦਾ ਦਿੱਲੀ 'ਚ ਹਿੰਸਾ ਹੋਈ, ਵਾਇਲੈਂਸ ਹੋਈ 20 ਦੇ ਵਿੱਚ, ਉਹ ਘਰੋਂ ਨਹੀਂ ਬਾਹਰ ਨਿਕਲਿਆ। ਤੂੰ ਮੁੱਖ ਮੰਤਰੀ ਸੀ, ਤੂੰ ਬਾਹਰ ਜਾ ਕੇ ਕਿਹਾ ਮੈਂ ਉਹਨਾਂ ਨਾਲ ਖੜਾ ਹੈਗਾ, ਤੇ ਉਹ ਜਦੋਂ ਉਹ ਕਹਿੰਦੇ ਅਸੀਂ ਰਾਮ ਭਗਤ, ਕਹਿੰਦੇ ਮੈਂ ਹਨੂੰਮਾਨ ਭਗਤ ਹਾਂ। ਮਤਲਬ ਕੋਈ ਕੀ ਫਰਕ ਤੁਹਾਡੇ ਵਿੱਚ ਹੈ? ਤੇ ਲੇਕਿਨ ਸਰ ਕੀ ਫਿਰ ਵੀ ਅਸੀਂ ਵੇਖਿਆ ਹੈ ਇਲੈਕਸ਼ਨਸ ਦੇ ਇਹ ਜਿਹੜੀ ਚੋਣਾਂ ਸਨ ਇਹ ਦੱਸ ਰਹੀਆਂ ਸਨ ਕਿ ਕੋਈ ਤਬਦੀਲੀ ਬਾਹਰ ਹੈ, ਕਿਉਂਕਿ ਇਕਨੋਮੀ ਦੇ ਫਰੰਟ ਦੇ ਉੱਤੇ ਬੜੇ ਪ੍ਰੋਬਲਮਸ ਨੇ, ਬੇਰੁਜ਼ਗਾਰੀ ਦੇ ਸਮੱਸਿਆ ਤਾਂ ਬਹੁਤ ਨੇ। ਔਰ ਇਹ ਚੀਜ਼ ਦੇਖੋ ਨਾ ਕਿ ਅਗਰ ਐਤਕੀ INDA ਦਾ ਜਿਹੜਾ ਉਹ ਕੀ ਕਹਾਂਗੇ ਅਸੀਂ ਕੱਟ ਸੀ, ਉਹਨੇ ਅੱਛਾ ਮਤਲਬ ਉਹ ਜਿੱਤੇ ਨਹੀਂ ਤੇ ਕਮ ਸੇ ਕਮ ਉਹਨੇ ਕਾਫੀ ਸਾਰੀ ਸੀਟਾਂ ਦਾ ਨੁਕਸਾਨ ਪਹੁੰਚਾਇਆ ਬੀਜੇਪੀ, ਤੇ ਇਹ ਇੱਕ ਇੰਡੀਕੇਟਰ ਹੋ ਸਕਦਾ ਹੈ ਸ਼ਾਇਦ ਅੱਗੇ ਚੱਲ ਕੇ। ਉਹਦੇ ਵਿੱਚ ਮੈਨੂੰ ਲੱਗਦਾ ਨਾ ਕਾਰਨ ਇਹ ਹੈਗਾ ਕਿ ਇੰਡੀਆ ਅਲਾਈਅੰਸ ਹੁਣ ਦੁਬਾਰੇ ਫੇਰ ਲੜ ਪਿਆ ਉਸ ਵਿੱਚ, ਕਿਉਂਕਿ ਜਿਹੜੀ ਨਾ ਇੱਕ ਕਮਿਟਮੈਂਟ ਹੁੰਦੀ ਹੈ ਨਾ ਵਿਚਾਰਧਾਰਕ ਸਾਡੇ ਕਨਸਟੀਟਿਊਸ਼ਨ ਪ੍ਰਤੀ ਜਿਹੜੀ ਕਮਿਟਮੈਂਟ, ਜਿਵੇਂ ਹੁਣ ਕਨਸਟੀਟਿਊਸ਼ਨ ਸੈਕੂਲਰ ਸੀ ਹੋਰ ਸੀ, ਇਹਨੂੰ ਬਚਾਉਣ ਲਈ ਤੁਹਾਨੂੰ ਸੜਕਾਂ 'ਤੇ ਆ ਜਾਣਾ ਚਾਹੀਦਾ। ਜਿੰਨਾ ਚਿਰ ਤੁਸੀਂ ਇਲੈਕਸ਼ਨ ਦੇ ਵੇਲੇ ਹੀ ਸਰਗਰਮ ਹੋਵੋਗੇ, ਬਾਕੀ ਦਿਨ ਟਵਿੱਟਰ 'ਤੇ ਖੇਡੀ ਜਾਓਗੇ ਜਾਂ ਘਰੇ ਬਹਿ ਕੇ ਆਰਾਮ ਕਰੋਗੇ, ਤੁਸੀਂ ਨਹੀਂ ਕਾਮਯਾਬ ਹੁੰਦੇ। ਤੁਹਾਨੂੰ ਲੋਕਾਂ ਨਾਲ ਜ਼ਮੀਨ 'ਤੇ ਜਾਣਾ ਪਏਗਾ, ਉਹਨਾਂ ਦੇ ਮੁੱਦੇ 'ਤੇ ਲੜਾਈ ਲੜਨੀ ਪਏਗੀ। ਜਿਹੜੇ ਹਾਸ਼ੀਏਗ੍ਰਸਤ ਲੋਕ ਨੇ, ਚਾਹੇ ਉਹ ਦਲਿਤ ਨੇ, ਚਾਹੇ ਉਹ ਮਾਈਨੋਰਿਟੀ ਨੇ, ਚਾਹੇ ਉਹ ਆਦੀਵਾਸੀ ਨੇ, ਉਹਨਾਂ ਦੇ ਨਾਲ ਖੜਨਾ ਪਏਗਾ। ਉਹਨਾਂ ਦੇ ਜੇ ਉਹ ਜਲ ਜੰਗਲ ਜ਼ਮੀਨ ਦਾ ਕਹਿ ਰਹੇ ਸਾਡਾ ਲੁੱਟਿਆ ਜਾ ਰਿਹਾ, ਖੜਨਾ ਪਏਗਾ। ਜੇ ਦਲਿਤਾਂ ਦੇ ਨਾਲ ਖੜਨਾ ਦੀ ਗੱਲ ਆਉਂਦੀ, ਹਾਂ ਇਹ ਨੈਕਸਲਿਸਟ ਵੀ ਜਿਹੜੀ ਅਗਰ ਰੈਜ਼ਿਸਟੈਂਸ ਚੱਲ ਰਹੀ ਹੈ ਉਹਦੇ ਵਿੱਚ ਵੀ ਇਹੀ ਰੌਲਾ। ਉਹਦੇ ਵਿੱਚ ਮੇਨ ਤਾਂ ਜਿਹੜਾ ਇਹ ਹੈ ਨਾ ਕਿ ਵੱਡਾ ਦੇਖੋ ਉਹ ਮਾਓਵਾਦੀ ਕੀ ਕਰਦੇ ਨੇ, ਮੇਰਾ ਉਹਨਾਂ ਕੋਈ ਲੈਣਾ ਦੇਣਾ ਨਹੀਂ, ਉਹ ਪਤਾ ਨਹੀਂ ਆਪਣਾ ਉਹਨਾਂ ਦਾ ਕੀ ਸੁਣਨਾ ਜਿਹਾ ਹੈਗਾ। ਪਰ ਇੱਕ ਚੀਜ਼ ਤਾਂ ਹੈ ਨਾ ਵੀ ਉਹ ਜਿਹੜਾ ਸਾਡਾ ਕਨਸਟੀਟਿਊਸ਼ਨ ਵੀ ਦਿੰਦਾ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਅਧਿਕਾਰ ਹੈਗਾ ਕਿ ਜਿਹੜਾ ਜਲ ਜੰਗਲ ਜ਼ਮੀਨ ਆ ਉੱਥੇ ਦੇ ਲੋਕਾਂ ਦਾ, ਉਹਦੇ ਲਈ ਇੱਕ ਪੈਸਾ ਕਾਨੂੰਨ ਬਣਿਆ ਹੋਇਆ, ਜਿਹੜਾ ਸਰਕਾਰ ਨੇ ਹੌਲੀ ਹੌਲੀ ਕਿੰਨਾ ਕਮਜ਼ੋਰ ਕਰਤਾ। ਮਨਮੋਹਨ ਸਿੰਘ ਨੇ ਕੀਤਾ, ਫਿਰ ਇਹਨੇ ਕੀਤਾ। ਤੁਸੀਂ ਉਹਨਾਂ ਲੋਕਾਂ ਲਿਬਰਲ ਇਕਨੋਮੀ ਨਾਲ ਸਰ ਉਹੀ ਉਸੇ ਤਹਿਤ ਹੀ ਉਹ ਵਿਦਾਂਤਾ ਵਗੈਰਾ ਦੇ ਕਬਜ਼ੇ ਕਰਾਉਣੇ ਸੀ ਨਾ। ਚਾਹੀਦਾ ਤੁਹਾਨੂੰ ਇਹ ਹੈਗਾ ਕਿ ਜਿਹੜੀ ਕਨਸਟੀਟਿਊਸ਼ਨ ਵੈਲਿਊ ਕਹਿੰਦੀਆਂ ਨੇ, ਉਹ ਕੀ ਕਹਿੰਦੀ ਹੈ ਕਿ ਉਹਨਾਂ ਦਾ ਅਧਿਕਾਰ ਹੈ, ਤੁਸੀਂ ਦੋ ਉਹਨਾਂ ਨੂੰ ਟੇਬਲ ਤੇ ਬੁਲਾ ਲਓ, ਗੱਲ ਕਰ ਲਓ ਭਾਈ ਉਹਨਾਂ ਨਾਲ। ਇਹ ਦੂਜੀ ਗੱਲ ਕੀ ਆ, ਉਹ ਉਹਦੇ ਨਾਂ ਦੇ ਉੱਤੇ, ਅੱਤਵਾਦ ਦੇ ਨਾਂ ਤੇ ਉਹ ਵਿਚਾਰੇ ਗਰੀਬ ਜਿਹੜੇ ਆਦੀਵਾਸੀ ਉਹਨਾਂ ਨੂੰ ਮਾਰੀ ਜਾਂਦੇ ਨੇ, ਉਹਦੀ ਖਬਰਾਂ ਬਹੁਤ ਘੱਟ ਮੀਡੀਆ ਦੇ ਵਿੱਚ ਆਉਂਦੀਆਂ ਹੈਗੀਆਂ ਨੇ। ਹਾਂ, ਇਸ ਕਰਕੇ ਮੈਨੂੰ ਲੱਗਦਾ ਜਿਹੜੇ ਤਮਾਮ ਮਸਲੇ ਨੇ ਨਾ ਮੁਲਕ ਦੇ ਵਿੱਚ, ਉਹਨਾਂ ਦੇ ਉੱਤੇ ਫਾਈਟ ਕਰਨਾ ਪਏਗਾ ਵਿਰੋਧੀਆਂ ਨੂੰ। ਪਰ ਵਿਰੋਧੀ ਆਪ ਕਾਣੇ ਨੇ, ਉਹ ਕਿਸੇ ਨੂੰ ਕੀ ਕਰਨਗੇ। ਅਸਲ 'ਚ ਵੱਡੀ ਗੱਲ ਕੀ ਹੈ, ਡੈਮੋਕ੍ਰੇਸੀ ਦਾ ਇੱਕ ਸੁਪਨਾ ਸੀ ਨਾ ਜਿਹੜਾ ਸਾਡੇ ਮੁਲਕ ਦੇ ਵਿੱਚ ਪੈਦਾ ਹੋਇਆ ਸੀ। ਡੈਮੋਕ੍ਰੇਸੀ ਹੁੰਦੀ ਕੀ ਆ ਦੇਖੋ, ਜਾਂ ਜਿਹੜਾ ਸੈਕੂਲਰਿਜ਼ਮ ਆ ਦੇਖੋ, ਅਸੀਂ ਕਿੰਨਾ ਸੋਹਣੀਆਂ ਚੀਜ਼ਾਂ ਬਣਾਈਆਂ ਹਿੰਦੁਸਤਾਨ ਨੇ, ਕਿ ਕਿੰਨਾ ਸੋਹਣਾ ਸੰਵਿਧਾਨ ਬਣਾਇਆ। ਮੈਂ ਕਈ ਵਾਰ ਕਲਪਨਾ ਕਰਦਾ ਸੀ ਤੁਹਾਡੇ ਨਾਲ, ਜਿਵੇਂ ਤੁਹਾਡਾ PTV ਜਾਂ ਲਾਹੌਰ ਰੇਡੀਓ ਆ, ਉਹ ਤਾਂ ਬਹੁਤ ਕਮਿਊਨਲ ਪ੍ਰਚਾਰ ਕਰਦਾ ਹੁੰਦਾ ਸੀਗਾ। ਸਾਡੇ ਨਾਲ ਇਹ ਨਹੀਂ ਹੁੰਦਾ ਸੀ। ਸਾਡਾ ਇੱਧਰ ਦੂਰਦਰਸ਼ਨ ਹੈ, ਉਹ 'ਚ ਮੈਂ ਦੇਖਿਆ 100 ਕਮਜ਼ੋਰੀਆਂ ਹੋਣ, ਸਰਕਾਰ ਦੇ ਅਧੀਨ ਸੀ, ਫਿਰ ਵੀ ਨਾ ਉਹ ਇੱਕ ਬੰਦੇ ਨੂੰ ਸਿਟੀਜ਼ਨ ਬਣਾਉਂਦਾ ਸੀ। ਜਿਵੇਂ ਮੈਂ ਦੱਸਿਆ ਸੀ ਉੱਥੇ ਲੈਕਚਰ 'ਚ ਵੀ ਬੋਲਿਆ ਸੀਗਾ, ਮੈਂ ਕਿਹਾ ਸਾਡੇ ਜੇ ਈਦ ਦਾ ਤਿਉਹਾਰ ਸੀ, ਇਹ ਨਹੀਂ ਕਿਹਾ ਜਾਂਦਾ ਸੀ ਕਿ ਮੁਸਲਮਾਨਾਂ ਨੂੰ ਈਦ ਦੀ ਮੁਬਾਰਕ ਦਿਓ, ਸਭੀ ਦੇਸ਼ਵਾਸੀਆਂ ਕੋ ਈਦ ਕੀ ਮੁਬਾਰਕ। ਜਾਂ ਫਿਰ ਗੁਰਪੁਰਬ ਹੈ, ਸਭੀ ਦੇਸ਼ਵਾਸੀਆਂ ਕੋ। ਮੈਂ ਇੱਥੇ ਸੁਣਦਾ ਹੁੰਦਾ ਕਦੇ ਗੁਰਪੁਰਬ ਵੈਸੇ ਤਾਂ ਖਬਰ ਹੀ ਨਹੀਂ ਆਉਂਦੀ, ਜੇ ਕਦੇ ਸਰਕਾਰੀ ਰੇਡੀਓ ਤੁਹਾਡੇ ਤੇ ਆਉਂਦੀ ਆ, ਸਿੱਖ ਭਾਈयों ਕੋ ਗੁਰਪੁਰਬ ਮੁਬਾਰਕ। ਸਿੱਖ ਭਾਈਆਂ ਨੂੰ ਕਿਉਂ ਬਈ? ਲੇਕਿਨ ਹੁਣ ਦੂਰਦਰਸ਼ਨ ਦਾ ਵੀ ਹਾਲ ਇਹ ਹੋ ਗਿਆ ਪਿਛਲੇ 10 ਸਾਲਾਂ 'ਚ, ਉੱਥੇ ਕੈਰਲ ਸਟੋਰੀ ਵਰਗੀ ਕਮਿਊਨਲ ਫਿਲਮ ਹੈ, ਉਹ ਦੂਰਦਰਸ਼ਨ 'ਤੇ ਚੱਲੀ ਹੈ। ਇਹ ਮਾੜਾ ਹਾਲ ਹੋਇਆ। ਕੰਕਲੂਡ ਅਗਰ ਅਸੀਂ ਕਰੀਏ ਨਾ ਕਿ ਉਹਨਾਂ ਦੇ ਕਹਿਣ ਦਾ ਮਤਲਬ ਔਰ ਮਕਸਦ ਇਹੀ ਹੈ, ਅਰਥ ਇਹੀ ਹੈ, ਔਰ ਮੇਰਾ ਖਿਆਲ ਅਸੀਂ ਵੀ ਐਗਰੀ ਕਰਦੇ ਹਾਂ ਕਿ ਦੋਵੇਂ ਮੁਲਕਾਂ ਦੇ ਦਰਮਿਆਨ ਅਗਰ ਪਿਆਰ ਮੁਹੱਬਤ ਪੀਸ ਦੀ ਅਗਰ ਗੱਲ ਕਰਨੀ ਹੈ ਨਾ, तो जमहूरीत लोकतंत्र के थ्रू हो सकती है, लेकिन जमहूरीत या लोकतंत्र या डेमोक्रेसी वो बहुत ही बुरी तरीके ਨਾਲ हाईजैक हो गई है। ਨਾਲੇ ਲੋਕਤੰਤਰ ਬਹੁਤ ਖੁੱਲਾ ਹੁੰਦਾ। ਲੋਕਤੰਤਰ ਦਾ ਮਤਲਬ ਸਿਰਫ ਵੋਟਾਂ ਤੱਕ ਨਹੀਂ ਹੁੰਦਾ, ਇਹ ਤੋਂ ਵੀ ਅੱਗੇ ਹੁੰਦਾ। ਉਹਦੇ ਵਿੱਚ ਜਿਹੜੀਆਂ ਜੇ ਮੰਨ ਲਓ ਕਿ ਮੈਨੂੰ ਤੁਹਾਨੂੰ 5-5000 ਵੋਟਾਂ ਪੈ ਗਈਆਂ, ਮੈਨੂੰ 500 ਪੈ ਗਈਆਂ, ਮੇਰੇ 500 ਬੰਦਿਆਂ ਦੀ ਵੀ ਆਵਾਜ਼ ਹੈ ਉਹ। ਮਾਈਨੋਰਿਟੀਜ਼ ਦਾ ਜ਼ਿਆਦਾ ਹੱਕ ਬਣਦਾ ਹੈ। ਹਾਂ, ਸੋ ਵੱਡੀ ਗੱਲ ਹੈ ਸਾਡਾ ਸਾਰਾ ਖਿੱਤਾ ਸਾਊਥ ਏਸ਼ੀਆ, ਇਹਦੇ ਵਿੱਚ ਅਥਾਰਟੇਰੀਅਨ ਕਿਸਮ ਦੀਆਂ ਸਰਕਾਰਾਂ ਹਾਵੀ ਹੋ ਰਹੀਆਂ ਨੇ, ਜਿਹੜੀਆਂ ਕਹਿੰਦੀਆਂ ਤਾਂ ਹੈਗੀਆਂ ਅਸੀਂ ਲੋਕਤੰਤਰ ਰਾਹੀਂ ਚੁਣ ਕੇ ਆਏ ਹਾਂ, ਪਰ ਪਾਸੇ ਤੁਹਾਡੇ ਐਂ ਛੇਕਦੀਆਂ ਨੇ ਨਾ ਵੀ ਉਹ ਕੁਛ ਹੋਰ ਹੀ ਬਣਦੇ ਨੇ। हुकूमत कुछ और ही बन के आती, उन्होंने हबीब जालिब याद रखना चाहिए कि तुमसे पहले वो जो एक शख्स जहाँ तख्त नशीन था उसको भी अपने खुदा होने का इतना ही यकीन था। बहुत शुक्रिया शिव सानू टाइम देने और
ਉਮੀਦ ਹੈ ਕਿ ਗੁਫ਼ਤਗੂ ਦਾ ਸਿਲਸਿਲਾ ਜਾਰੀ ਰਹੇਗਾ। ਤੁਸੀਂ ਜਦੋਂ ਉੱਧਰ ਚਲੇ ਜਾਓਗੇ ਉਦੋਂ ਵੀ ਅਸੀਂ ਤੁਹਾਨੂੰ ਠੀਕ, ਜਾਵਾਂਗੇ। ਮਿਹਰਬਾਨੀ ਜੀ, ਮਿਹਰਬਾਨੀ। ਬਹੁਤ ਸ਼ੁਕਰੀਆ।